ਸਾਧ ਸੰਗਤ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਹਾਬਾਦ ਜਿਸ ਸ਼ਹਿਰ ਨੂੰ ਕਹਿੰਦੇ ਨੇ ਯੂਪੀ ਦੀ ਰਾਜਧਾਨੀ ਹੈ, ਪ੍ਰਯਾਗਰਾਜ ਨਾਮ ਸੀ ਪੁਰਾਣਾ ਇਸ ਸ਼ਹਿਰ ਦਾ, ਜਿੱਥੇ ਗੰਗਾ ਤੇ ਜਮਨਾ ਦਾ ਸੰਗਮ ਹੈ, ਇਕੱਤਰ ਹੁੰਦਾ ਬੜਾ ਭਾਰੀ ਤੀਰਥਾਂ, ਸਭ ਤੇ ਸਾਰਿਆਂ ਤੀਰਥਾਂ ਨੂੰ ਵੱਡਾ ਤੀਰਥ ਮੰਨਿਆ ਹੈ। ਆਪ ਜੀ ਸਤ ਸੰਗਤ ਜੀ ਉੱਥੇ ਜਾ ਕੇ ਟੇਕੇ ਹਰ ਸੰਗਤਾਂ ਨੇ ਪ੍ਰੇਮ ਨਾਲ ਸਤ ਸੰਗਤ ਜੀ ਅਸਥਾਨ ਸੋਹਣਾ ਮਹਾਰਾਜ ਦੀ ਭੇਟਾ ਕੀਤਾ। ਸਾਰੇ ਥਾਂ ਥਾਂ ਤੇ ਪ੍ਰੇਮੀ ਟਿਕ ਗਏ। ਉਹਦੇ ਵਾਸਤੇ ਸਤ ਸੰਗਤ ਜੀ ਅਗਾਹੀ ਦੀ ਲੋੜ ਨਹੀਂ। 10ਵੇਂ ਪਾਤਸ਼ਾਹ ਨੇ ਆਪਣੀ ਆਪ ਰਚਨਾ ਤੋਂ ਕਿਹਾ ਹੈ, ਮੁਰਪਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਹੇ ਗੁਰੂ ਕੇ ਸਿੱਖੋ, ਸਾਡੇ ਪਿਤਾ ਨੇ ਪੂਰਬ ਦੇ ਦੇਸ਼ ਨੂੰ ਪਿਆਨਾ ਕੀਤਾ, ਤਰ੍ਹਾਂ ਤਰ੍ਹਾਂ ਦੇ ਤੀਰਥ ਨਹਾਉਂਦੇ ਗਏ। ਜਾਬੀ ਜਾਤ ਤਰਬੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਜਦੋਂ ਆਪ ਜੀ ਪ੍ਰਯਾਗਰਾਜ ਤੀਰਥ ਤੇ ਤਰਵੈਣੀ ਸਤਸੰਗੀ, ਉਹਦਾ ਨਾਂ ਹੈ, ਸੰਗਮ ਦਾ ਨਾਂ ਤਰਵੈਣੀ ਹੈ, ਜਿੱਥੇ 3 ਨਦੀਆਂ ਇਕੱਠੀਆਂ ਹੁੰਦੀਆਂ ਹੋਣ। ਜਾਬੀ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ। ਉੱਥੇ ਦਿਨ ਬਤੀਤ ਕੀਤੇ ਕਿਵੇਂ? ਜਿੱਥੇ ਵੀ ਜਾਈਏ ਸਤ ਸੰਗਤ ਜੀ, ਹਰ ਵਿਅਕਤੀ ਆਪੋ ਆਪਣੇ ਦਿਨ ਵੱਖਰੇ ਵੱਖਰੇ ਬਤੀਤ ਕਰਦਾ, ਸਾਰੇ ਇੱਕੋ ਜਿਹੇ ਨਹੀਂ। ਕੋਈ ਕਿਤੇ ਨੌਕਰੀ ਕਰਦਾ ਹੈ, ਕੋਈ ਕਿਤੇ ਬਿਜ਼ਨਸ ਕਰਦਾ ਹੈ, ਕੋਈ ਸਤਸੰਗੀ ਕਿਤੇ ਦੁਖੀ ਹੈ, ਕੋਈ ਕਿਤੇ ਸੁਖੀ ਹੈ। ਇੱਕੋ ਜਿਹੇ ਸਿੱਖ ਹਰ ਵਿਅਕਤੀ ਦੇ ਦਿਨ ਬਤੀਤ ਨਹੀਂ ਹੁੰਦੇ, ਪਰਾਰਬਧ ਵੱਖਰੀ ਵੱਖਰੀ ਹੈ। ਲੇਕਿਨ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾ ਰਹੇ ਨੇ, ਖਾਲਸਾ ਜੀ, ਜਦੋਂ ਮੁਰਪਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਤਰ੍ਹਾਂ ਤਰ੍ਹਾਂ ਦੇ ਇਸ਼ਨਾਨ ਕਰਦੇ ਤੀਰਥਾਂ ਤੇ ਗਏ। ਜਾਬੀ ਜਾਤ ਤਰਵੈਣੀ ਭਏ, ਤਰਵੈਣੀ ਰਾਜ ਤੀਰਥ ਤੇ ਜਦੋਂ ਪ੍ਰਯਾਗਰਾਜ ਪਹੁੰਚਦੇ ਪਏ, ਪੁੰਨ ਦਾਨ ਦਿਨ ਕਰਤ ਬਤਾਏ। ਸਾਡੇ ਮਾਤਾ ਪਿਤਾ ਜੀ ਨੇ ਸੰਗਤਾਂ ਦੇ ਸਮੇਤ ਉੱਥੇ ਪੁੰਨ ਦਾਨ ਕਰਦਿਆਂ ਬਤੀਤ ਕੀਤੇ ਦਿਨ। ਪੁੰਨ ਨਾਲ ਪਵਿੱਤਰਤਾ ਦਾ ਹੁੰਦਾ ਸਤ ਸੰਗਤ ਜੀ, ਦਾਨ ਹੁੰਦਾ ਅੰਨ ਦਾ, ਪੁੰਨ ਵੀ ਦਾਨ ਨੂੰ ਹੀ ਕਹਿੰਦੇ ਹਾਂ। ਪੁੰਨ ਦਾਨ ਡਬਲ ਅੱਖਰ ਕਿਉਂ ਵਰਤਿਆ? ਆਪ ਜੀ ਨਾਮ ਦਾ ਦਾਨ ਵੀ ਦਿੰਦੇ। ਜਿੰਨੇ ਆਪਾਂ ਕਿਰਤੀ ਆ, ਅੰਨ ਦਾ ਦਾਨ ਤਾਂ ਕਰ ਸਕਦੇ ਆ, ਨਾਮ ਦਾ ਦਾਨ ਨਹੀਂ ਕਰ ਸਕਦੇ। ਨਾਮ ਦਾ ਦਾਨ 5 ਪਿਆਰੇ ਦੇ ਸਕਦੇ, ਜਾਂ ਗੁਰੂ ਸਾਹਿਬ ਆਪ ਸਤ ਸੰਗਤ ਜੀ ਦੇ ਸਕਦੇ। ਨਾਮ ਨਹੀਂ ਕੋਈ ਕਿਸੇ ਨੂੰ ਦੇ ਸਕਦਾ। ਜੇ ਕੋਈ ਅੱਜ ਕਹੇ ਮੈਂ ਫਲਾਣਾ ਨਾਮ ਵੰਡਦਾ ਫਿਰਦਾ, ਬਹੁਤ ਸਾਰੇ ਐਸੇ ਲੋਕ ਨੇ ਸਤ ਸੰਗਤ ਜੀ। ਨਾਮਦਾਨ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਪਾਸ ਖਜ਼ਾਨਾ ਹੈ, ਉਹ 5 ਪਿਆਰੇ ਵਰਤਾ ਸਕਦੇ ਨੇ। ਅੰਮ੍ਰਿਤ ਦੀ ਦਾਤ ਦੁਆਰਾ ਕੱਲਾ ਵਿਅਕਤੀ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ। ਸੋ ਖਾਲਸਾ ਜੀ, ਜੇ ਕੋਈ ਨਾਮਦਾਨ ਦਿੰਦੇ ਦੇਖੇ ਤਾਂ ਉਹਨਾਂ ਦਾ ਨਾਮ ਦਾ ਦਾਨ ਦਿੱਤਾ ਹੋਇਆ ਮੁੱਕ ਜਾਂਦਾ। ਕਥਾ ਵਿਚਾਰਨੀ ਹੈ ਆਪਾਂ, ਪ੍ਰਸੰਗ ਵਿੱਚ ਆਇਆ ਹੈ। ਬਾਬਾ ਰਾਮ ਸਿੰਘ ਜੀ ਸਤ ਸੰਗਤ ਜੀ ਕੌਣ ਭੁੱਲਿਆ ਹੋਇਆ ਹੈ? ਨਾਮਧਾਰੀਆਂ ਦੇ ਪੰਥ ਦੇ ਅੰਦਰ, ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਕਰਕੇ ਸਤਿਕਾਰਿਆ। ਬਠਿੰਡੇ ਦੇ ਜ਼ਿਲ੍ਹੇ ਕੰਨੀ ਗਏ, ਕਿਸੇ ਪ੍ਰੇਮੀ ਨੇ ਸ਼ੰਕਾ ਕਰ ਦਿੱਤੀ, ਬਾਬਾ ਜੀ ਕਹਿੰਦੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਇੰਨਾ ਝੂਠ ਲਿਖਿਆ ਹੋਇਆ ਗੁਰਬਾਣੀ 'ਚ। ਰੋਮ ਵਿੱਚ ਕਿਤੇ ਜੀਭਾਂ ਬੜੀਆਂ ਹੋਈਆਂ, ਕੱਲੇ ਕੱਲੇ ਰੋਮ ਵਿੱਚ ਕਿਵੇਂ ਧਿਆ ਲਿਆ? ਬਾਬਾ ਰਾਮ ਸਿੰਘ ਜੀ ਕਹਿੰਦੇ, ਪ੍ਰੇਮੀਆਂ, ਗੁਰਬਾਣੀ ਭਾਈ ਸੱਚੀ ਹੈ, ਸੱਚਖੰਡ ਚੋਂ ਆਈ ਹੈ। ਤੇਰੇ ਮਨ ਵਿੱਚ ਮੈਲ ਹੈ, ਤੈਨੂੰ ਸ਼ੰਕਾ ਪੈਦਾ ਹੁੰਦੀ ਹੈ। ਜਿਹਦੀ ਨਿਗਾਹ ਕਮਜ਼ੋਰ ਹੋਵੇ ਉਹਨੂੰ 2 ਚੰਦ ਦੀਂਦੇ ਆ, ਚੰਦ ਤਾਂ ਇੱਕੋ ਹੀ ਹੁੰਦਾ ਆਕਾਸ਼ ਵਿੱਚ। ਬਾਣੀ ਸੱਚੀ ਹੈ, ਇਹਦੇ ਤੇ ਸ਼ੰਕਾ ਨਾ ਕਰ। ਕਹਿੰਦਾ ਮੇਰੀ ਤਾਂ ਤਸੱਲੀ ਨਹੀਂ ਕਰਾਉਣ ਵਾਲਾ ਕੋਈ। ਕਹਿੰਦੇ ਦਸੀਏ ਫਿਰ। ਫੜ ਕੇ ਬਾਂਹ, ਕਹਿੰਦੇ ਕਹਿ ਤਾਂ ਵਾਹਿਗੁਰੂ। ਜਦੋਂ ਸਤਸੰਗੀ ਬਾਬਾ ਰਾਮ ਸਿੰਘ ਜੀ ਨੇ ਬਾਂਹ ਫੜ ਕੇ ਕਿਹਾ ਕਹਿ ਦੇ ਵਾਹਿਗੁਰੂ, ਕਹਿਣ ਦੀ ਦੇਰ ਸੀ ਸਤਸੰਗ ਜੀ ਰੋਮ ਰੋਮ ਵਿੱਚੋਂ ਝਰਨਾਟੇ ਛੁੱਟ ਪਏ ਵਾਹਿਗੁਰੂ ਵਾਹਿਗੁਰੂ ਦੇ ਜਾਪ ਦੇ। ਮੰਨ ਤਾਂ ਗਿਆ, ਪਰ ਬਾਬਾ ਜੀ ਨੇ ਤਾਂ ਆਪਦੀ ਕਮਾਈ ਘਟਾ ਲਈ ਨਾ। ਕਿਸੇ ਨੂੰ ਕੋਈ ਵਸਤੂ ਦੇਈਏ, ਆਪਣੇ ਕੋਲੋਂ ਖੁੱਸੂਗੀ, ਦੂਜੇ ਕੋਲੇ ਜਾਊਗੀ, ਇਹ ਤਾਂ ਕੁਦਰਤੀ ਬਾਤ ਹੈ। 2.5 ਸਾਲ ਸਤ ਸੰਗਤ ਜੀ ਰੋਮ ਰੋਮ ਚ ਵਾਹਿਗੁਰੂ ਦਾ ਜਾਪ ਹੁੰਦਾ ਰਿਹਾ, ਬੜਾ ਆਨੰਦ ਮਾਣਿਆ ਉਸਨੇ। 2.5 ਸਾਲ ਤੋਂ ਬਾਅਦ ਹਟ ਗਿਆ। ਫੇਰ ਆਇਆ ਬਾਬਾ ਜੀ, ਉਹ ਆਨੰਦ ਚਲਿਆ ਗਿਆ।
ਕਹਿੰਦੇ ਉਧਾਰੀ ਚੀਜ਼ ਕਿੰਨੇ ਕੁ ਦਿਨ ਕੱਟ ਜਾਂਦੀ ਹੁੰਦੀ ਹੈ, ਆਪ ਦੀ ਕਮਾਈ ਕਰੀਦੀ ਹੈ। ਫਿਰ ਉਸ ਨੇ 3-4 ਸਾਲ ਸਤਸੰਗ ਦੀ ਸਿਮਰਨ ਦੀ ਕਮਾਈ ਕੀਤੀ, ਤਾਂ ਕਿਤੇ ਉਸ ਨੂੰ ਉਹ ਅਵਸਥਾ ਪ੍ਰਾਪਤ ਹੋਈ। ਭਾਵ ਜੇ ਬਾਬੇ ਰਾਮ ਸਿੰਘ ਜੈਸੇ ਮਹਾਂਪੁਰਖ ਹੋਰ ਸਾਧੂ ਸੰਤ ਗੁਰੂ ਕੇ ਪੰਥ ਵਿੱਚ ਬੇਅੰਤ ਨੇ, ਜੇ ਕਿਸੇ ਨੂੰ ਨਾਮ ਦੇਣ ਦੀ ਕੋਈ ਕਿਣਕਾ ਸ਼ਕਤੀ ਰੱਖਦੇ ਉਹ ਮੁੱਕ ਜਾਂਦਾ ਖਾਲਸਾ ਜੀ, ਕਿਤੇ ਭਿੱਖ ਭੁਲੇਖੇ ਚ ਨਾ ਪੈ ਜਾਏ। ਔਰ ਗੁਰੂ ਕਾ ਜਿਹੜਾ ਨਾਮਦਾਨ ਦਿੱਤਾ ਖਾਲਸਾ ਜੀ ਮੁੱਕ ਨਹੀਂ ਸਕਦਾ। ਉਹ ਨਾਮਦਾਨ ਸਤ ਸੰਗਤ ਜੀ ਦੇ ਰਹੇ, ਨਾਲੇ ਅੰਨ ਦਾ ਦਾਨ ਆਪ ਜੀ ਕਰ ਰਹੇ ਨੇ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ, ਹੈ ਗੁਰੂ ਕੇ ਸਿੱਖੋ ਜਬ ਹੀ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ। ਤਾਤ ਮਾਤਮ ਔਰ ਅਲਖ ਅਰਾਧਾ, ਬਹੁਤ ਜੋਗ ਸਾਧਨਾ ਸਾਧਾ। ਸਾਡੇ ਮਾਤਾ ਪਿਤਾ ਨੇ ਸਮਾਧੀਆਂ ਲਾ ਲਾ ਕੇ ਬਿਰਤੀ ਨੂੰ ਜੋੜ ਜੋੜ ਕੇ ਸਾਧਨ ਕੀਤੇ, ਵਾਹਿਗੁਰੂ ਦੇ ਭਜਨ ਕੀਤਾ। ਐਸੇ ਸਾਧਨ ਕੀਤੇ, ਮਨ ਵਿੱਚ ਕੀ ਇੱਛਾ ਧਾਰੀ ਮਾਤਾ ਨਾਨਕੀ ਦੇ ਕਹਿਣ ਤੋਂ ਕਿ ਹੇ ਅਕਾਲ ਪੁਰਖ ਅੰਤਰਜਾਮੀ, ਕਲਯੁਗ ਦਾ ਸਮਾਂ ਹੈ। ਆ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਾਡੇ ਸਰੀਰ ਤੋਂ ਬਾਅਦ ਆਪ ਕੋਈ ਅਗਲਾ ਸਰੂਪ ਪ੍ਰਗਟ ਕਰੋ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਗਟ ਹੋਣਾ ਸੀ। ਉਹ ਇੱਛਾ ਧਾਰੀ ਮਾਤਾ ਦੇ ਕਹਿਣ ਤੋਂ, ਕੱਲ ਆਪਾਂ ਕਥਾ ਵਿਚਾਰੀ ਹੋਏ, ਮਾਤਾ ਨਾਨਕੀ ਨੇ ਪ੍ਰਾਗਰਾਜ ਤੀਰਥ ਤੇ ਜਾ ਕੇ ਫੇਰ ਬੇਨਤੀ ਕੀਤੀ, ਪੁੱਤਰ ਤੇਰੇ ਪਿਤਾ ਦਾ ਵਰ ਹੈ ਕਿ ਤੂੰ ਪੋਤਰੇ ਦੇ ਦਰਸ਼ਨ ਕਰੇਂਗੀ। ਦਰਸ਼ਨ ਹਲੇ ਹੋਏ ਨਹੀਂ, ਮੇਰੇ ਪ੍ਰਾਣਾਂ ਦਾ ਕੋਈ ਭਰੋਸਾ ਨਹੀਂ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਜਪ ਤਪ ਕਰੀਏ। ਉਹ ਬਚਨ ਨਿਸਫਲ ਜਾਣ ਵਾਲੇ ਨਹੀਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਵਾਹਿਗੁਰੂ ਕਿਰਪਾ ਕਰੂ, ਆਉਣਗੇ ਬੜੇ ਮਹਾਂਪੁਰਖ। ਸਤ ਸੰਗਤ ਜੀ, ਇੱਧਰ ਤਾਂ ਮਹਾਰਾਜ ਸਾਹਿਬ ਜੀ ਜਪ ਤਪ ਕਰ ਰਹੇ ਨੇ, ਜਿਸ ਪ੍ਰਕਾਰ ਉਧਰ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੇ ਜਾਮੇ ਚ ਦੁਸ਼ਟ ਦਮਨ ਰੂਪ ਦੇ ਤਪੱਸਿਆ ਕੀਤੀ ਹੈ ਹੇਮਕੁੰਡ ਪਰਬਤ ਤੇ। ਉਥੋਂ ਸਤ ਸੰਗਤ ਜੀ ਇਹ ਵਿਦ ਕਰਤ ਤਪੱਸਿਆ ਭਇਓ, ਦੁਆਇਤਾ ਏਕ ਰੂਪ ਹੋਏ ਗਏ। ਇਹ ਖਾਲਸਾ ਜੀ, ਅਸੀਂ ਉੱਥੇ ਇਸ ਤਰ੍ਹਾਂ ਤਪੱਸਿਆ ਕੀਤੀ, ਦੁਆਇਤ ਭਾਵ ਚੱਕਿਆ ਗਿਆ, ਬ੍ਰਹਮ ਦੇ ਵਿੱਚ ਲੀਨਤਾ ਪਾਈ। ਵਾਹਿਗੁਰੂ ਦੀ ਆਗਿਆ ਪਾ ਕੇ ਅਸੀਂ ਦੁਬਾਰਾ ਜਨਮ ਧਾਰ ਕੇ ਗੁਰੂ ਘਰ ਵਿੱਚ ਅਵਤਾਰ ਧਾਰਿਆ। ਦੁਬਾਰਾ ਆ ਕੇ ਮਾਤੋ ਚਿਤ ਨਾ ਪਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਆਉਣ ਨੂੰ ਸਾਡਾ ਜੀ ਨਹੀਂ ਸੀ ਕਰਦਾ, ਵਾਹਿਗੁਰੂ ਨੇ ਸਾਨੂੰ ਭੇਜਿਆ। ਕੀ ਕਿਹਾ, ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਵੇ ਕੋ ਸਾਜਾ। ਮੈਂ ਤੁਹਾਨੂੰ ਆਪਣਾ ਪੁੱਤਰ ਕਰਕੇ ਵਡਿਆਉਣਾ ਹਾਂ, ਅੱਗੇ ਖਾਲਸਾ ਪੰਥ ਪ੍ਰਗਟ ਕਰਨਾ ਹੈ, ਤਾਂ ਤੁਹਾਨੂੰ ਦੁਬਾਰਾ ਜਨਮ ਦਿੰਦੇ। ਸੋ ਸਤ ਸੰਗਤ ਜੀ, ਇਹ ਆਪਣੀ ਰਚਨਾ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ, ਜਿਸ ਪ੍ਰਕਾਰ ਇੱਧਰ ਮਾਤਾ ਪਿਤਾ ਤੋਂ ਭਜਨ ਕਰ ਰਹੇ ਨੇ, ਪੁੰਨਦਾਨ ਕਰਕੇ ਸਮਾਂ ਬਤੀਤ ਕਰ ਰਹੇ ਨੇ ਬੜੇ ਭਾਰੀ ਪਾਵਨ ਤੀਰਥ ਦੇ ਉੱਤੇ ਜਾ ਕੇ, ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਸ਼ਟ ਦਮਨ ਦੇ ਰੂਪ ਵਿੱਚ ਸਤ ਸੰਗਤ ਜੀ ਜਿਸ ਪ੍ਰਕਾਰ ਹੇਮਕੁੰਡ ਤੇ ਤਪੱਸਿਆ ਕੀਤੀ ਹੈ, ਔਰ ਹੇਮਕੁੰਡ ਦੀਆਂ ਘਾਟੀਆਂ ਕੈਸੀਆਂ ਨੇ, ਉਹਨਾਂ ਦਾ ਕਥਾ ਦਾ ਵਰਣਨ ਕੱਲ ਆਪਾਂ ਪ੍ਰਾਰੰਭ ਕੀਤਾ ਸੀ। ਹੇਮਕੁੰਡ ਦੀ ਕੈਸੀ ਸੋਭਾ ਹੈ, ਇਰਦ ਗਿਰਦ ਕਿਤਨੇ ਸੋਹਣੇ ਸਤਸੰਗੀ ਬਣ ਹਨ, ਤਰ੍ਹਾਂ ਤਰ੍ਹਾਂ ਦੇ ਬਿਰਸ਼ ਕੱਲ ਨੌ ਆਏ ਨੇ। ਜਿਸ ਪ੍ਰਕਾਰ ਉੱਥੇ ਦੇ ਪੰਛੀ ਆਪਸ ਵਿੱਚ ਮਿਲ ਕੇ ਰਹਿ ਰਹੇ ਨੇ, ਜਿਸ ਪ੍ਰਕਾਰ ਉਸ ਧਰਤੀ ਤੇ ਤਰ੍ਹਾਂ ਤਰ੍ਹਾਂ ਦੇ ਤਪੱਸੀ ਤਪੱਸਿਆ ਕਰ ਰਹੇ ਨੇ, ਉਹ ਕਥਾ ਆ ਰਹੀ ਹੈ। ਸਾਰੇ ਤਪੱਸੀਆਂ ਦੇ ਮੁਖੀ ਹੋ ਕੇ ਦੁਸ਼ਟ ਦਮਨ ਜਾਮੇ ਦੇ ਅੰਦਰ ਜਿਸ ਪ੍ਰਕਾਰ ਆਪ ਵੀ ਤਪ ਕਰ ਰਹੇ ਨੇ, ਉਹ ਖਾਲਸਾ ਜੀ ਆਪਾਂ ਅੰਮ੍ਰਿਤਮਈ ਕਥਾ ਨੂੰ ਪੜ੍ਹੀਏ, ਸੁਣੀਏ, ਬਿਰਤੀ ਨੂੰ ਇਕਾਗਰ ਕਰੋ। ਕਿਸ ਪ੍ਰਕਾਰ ਉਹ ਪਵਿੱਤਰ ਭੂਮੀ ਹੈ, ਬਾਰੀ ਬੜੀ ਤਰ ਝੂਲ ਰਹੇ, ਜਿੱਥੇ ਸਤਸੰਗ ਜੀ ਬੜੀਆਂ ਸੋਹਣੀਆਂ ਸੋਹਣੀਆਂ ਬਗੀਚੀਆਂ ਹਨ ਫੁੱਲਾਂ ਦੀਆਂ, ਤੇ ਉੱਚੇ ਨੀਵੇਂ ਬੜੇ ਬਿਰਛ ਨੇ, ਉੱਚੇ ਤੇ ਉੱਚੇ ਬਿਰਛ ਵੀ ਨੇ, ਨੀਵਿਆਂ ਤੋਂ ਨੀਵੇਂ ਬਿਰਛ ਵੀ ਨੇ, ਔਰ ਝੂਲਦੇ ਨੇ ਹਵਾ ਦੇ ਨਾਲ ਬਿਰਛ। ਅਨਕੂਲ ਬਹਿ ਨਿਤ ਮੂਲਨ ਬਾਰੀ, ਜਿਹੜੀ ਪੌਣ ਹੈ ਉਹ ਅਨੁਕੂਲ, ਸਾਰਿਆਂ ਨੂੰ ਮਾਫਕ, ਜਿਹੜੀ ਸਾਰਿਆਂ ਨੂੰ ਚੰਗੀ ਲੱਗੇ, ਠੰਡੀ ਸਹਿਜੇ ਸਹਿਜੇ ਹਵਾ ਚੱਲ ਰਹੀ ਹੈ। ਬਾਰੀਨ ਪਾਏ ਬਿਹੰਗਮ ਬੋਲਤ, ਜਿੰਨੇ ਪੰਛੀ ਨੇ ਬਾਰੀ ਪਾ ਪਾ ਕੇ ਬੋਲਦੇ ਨੇ ਇੱਕ ਦੂਜੇ ਦੀ। ਸਤਸੰਗ ਦੀ ਬਾਰੀ 'ਚ ਦੂਜਾ ਪੰਛੀ ਨਹੀਂ ਬੋਲਦਾ, ਬਹੁਤ ਪਰਸਪਰ ਪਿਆਰ ਨਾਲ ਕੂਕਾਂ ਮਾਰਦੇ ਹਨ, ਮਿੱਠੀਆਂ ਮਿੱਠੀਆਂ। ਨੰਦਨ ਕੀ ਸੁਖਮਾ ਸਭ ਬਾਰੀ, ਇਹੋ ਜਿਹਾ ਸਤਸੰਗ ਜੀ ਉਹ ਬਣ ਹੈ ਹੇਮਕੁੰਡ ਤੋਂ ਥੱਲੇ, ਜਿਹੜਾ ਜਿੱਥੇ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਹੁਣ ਬਣਿਆ ਹੈ, ਬੜਾ ਸੰਘਣਾ ਜੰਗਲ ਹੈ। ਉਹ ਇਹੋ ਜਿਹਾ ਸਤਸੰਗ ਸੋਭਾ ਵਾਲਾ
ਇੱਕ ਨੰਦਨ ਬਨ ਹੈ ਸਵਰਗ ਦੇ ਵਿੱਚ, ਇੰਦਰ ਦਾ ਬਗੀਚਾ। ਉਹਦੀ ਜਿਹੜੀ ਸੋਭਾ ਨਾ, ਉਹ ਵੀ ਕਹਿੰਦੀ ਮੈਂ ਕੁਰਬਾਨ ਜਾਨੀ ਆ ਇਸ ਬਣ ਦੇ ਉੱਤੋਂ। ਮੈਂ ਇਹੀ ਜੀ ਸਵਰਗ ਦੀ ਬਗੀਚੀ, ਇਹੀ ਜੀ ਮੇਰੀ ਸੋਭਾ ਨਹੀਂ ਹੈ ਜਿੰਨੀ ਇਸ ਬਣ ਦੀ ਸੋਭਾ ਹੈ। ਬਾਰੀ ਅਧੂਮ ਮਨੁ ਅਗਨੀ, ਜਿਵੇਂ ਸੱਸ ਦੀ ਧੂਏ ਤੋਂ ਬਿਨਾਂ ਐਨ ਅਗਨੀ ਲਾਟ ਵਾਲੀ ਲਾਲ ਲਾਲ ਹੁੰਦੀ ਐ। ਅਸ ਲਾਲਮਾ ਫਲ ਬੂਲਣ ਬਾਰੀ, ਕਿਉਂ ਲਾਲ ਲਾਲ ਫੁੱਲ, ਲਾਲ ਲਾਲ ਫਲ ਸਤ ਸੰਗਤ ਜੀ ਸੋਹਣੇ ਚਮਕ ਰਹੇ ਨੇ ਫੁਲਵਾੜੀਆਂ ਦੇ। ਬਾਰੀਜ ਰੰਗ ਅਨੇਕਨ ਕੇ, ਅਨੇਕਾਂ ਰੰਗਾਂ ਦੇ ਕਬਲ ਹਨ। ਗਨ ਭੌਰ ਗੁੰਜਾਰ ਤਿਨਹੇ ਪਰਵਾਰੀ, ਬਹੁਤੇ ਸਾਰੇ ਭੌਰੇ ਬਲਿਹਾਰ ਕੁਰਬਾਨ ਜਾਣੇ ਸੁਗੰਧੀ ਤੋਂ ਲਟੂਹਾ ਹੋ ਕੇ ਉੱਤੇ ਘੁੰਮਦੇ ਫਿਰਦੇ ਨੇ ਫੁੱਲਾਂ ਦੇ। ਪਤਾ ਚੰਦ ਮੋਰ ਬਹਿੰਗਮ ਮਰਾਲ ਬਸਾਲ, ਇਹ ਜੇ ਸੋਹਣੇ ਸਤ ਸੰਗਤ ਜੀ ਇਰਦ ਗਿਰਦ ਜੋ ਬਣ ਨੇ ਹੇਮਕੁੰਡ ਦੇ ਪਹਾੜ ਦੇ ਇਰਦ ਗਿਰਦ, ਉੱਥੇ ਮੋਰ ਬੜੇ ਭਾਰੀ ਸਤ ਸੰਗਤ ਜੀ। ਇਸ ਤਰ੍ਹਾਂ ਹੰਸ ਹਨ, ਕਬੂਤਰ ਕੋਕਲ ਕੀਰ ਅਗੋਰ, ਕਬੂਤਰ ਹਨ, ਤੋਤੇ ਹਨ। ਇਹ ਸੱਜ ਸੋਭਦੇ ਨੇ ਬਿਰਛਾਂ ਤੇ। ਕੋਰਨ ਤੇ ਕਨ ਬੋਲ ਉਠੇ ਪਿਖ, ਜਿਸ ਵੇਲੇ ਬੱਦਲ ਦੀ ਘੋਖ ਹੁੰਦੀ ਹੈ, ਦੇਖ ਦੇਖ ਕੇ ਆਕਾਸ਼ ਵੱਲ ਨੂੰ ਸੱਚ ਨਹੀਂ ਸਾਰੇ ਪੰਛੀ ਬੋਲਦੇ ਨੇ ਆਪੋ ਆਪਣੀ ਬੋਲੀ। ਚਾਤਰਕ ਖੰਜਨ ਕੀ ਸੁਨ ਸ਼ੋਰ, ਨਿੱਕੇ ਨਿੱਕੇ ਮਮੋਲੇ ਜਾਨਵਰ ਸਤ ਸੰਗ ਜੀ ਚਾਤਰਕ ਬਬੀਹੇ, ਉਹ ਵੀ ਆਪੋ ਆਪਣੀ ਰੱਟ ਲਾਉਂਦੇ ਹਨ। ਸੋ ਰਹੇ ਸੇਵਤ ਕਾਨਨ ਕੋ, ਇਹੋ ਜਿਹੇ ਸੋਹਣੇ ਬਗੀਚਿਆਂ ਨੂੰ ਸਤ ਸੰਗ ਜੀ ਉਹ ਜਿਹੜੇ ਇਹੋ ਜਿਹੇ ਪੰਛੀ ਨੇ ਉਹ ਉੱਥੇ ਵਿਚਰਦੇ ਨੇ, ਉਹਦੇ ਵਿੱਚ ਆਨੰਦ ਮਾਣਦੇ ਹਨ। ਨਿਤ ਬੈਰ ਬਸਾਰ ਨਹੀਂ ਕਰ ਜੋਰ, ਪੰਛੀ ਇੱਕ ਦੂਜੇ ਦੇ ਨਾਲ ਈਰਖਾ ਨਹੀਂ ਕਰਦੇ ਕਿਸੇ ਨਾਲ। ਜਿਹੜਾ ਬਲ ਵਾਲਾ ਪੰਛੀ ਕਮਜ਼ੋਰ ਨੂੰ ਦਬਾਉਂਦਾ ਨਹੀਂ ਹੈ, ਪਿਆਰ ਨਾਲ ਪੰਛੀ ਰਹਿ ਰਹੇ ਨੇ। ਜੋਰ ਸੰਦਪਤ ਹਵੈ ਕਰ ਕੂੰਜਤ, ਸਤ ਸੰਗਤ ਜੀ ਕੂੰਜਦੇ ਨੇ। ਸੰਦਪਤ ਕਹਿੰਦੇ ਨੇ ਪਤੀ ਸਤੀ ਇਕੱਠੇ ਜੋੜੇ ਪੰਛੀਆਂ ਦੇ, ਕਬੂਤਰ ਕਬੂਤਰੀ ਹੋਏ, ਮੋਰ ਮੋਰਨੀਆਂ ਹੋਏ, ਸਾਰੇ ਜੋੜੇ ਬਣ ਬਣ ਕੇ ਜੋਟੇ ਆਪਸ ਵਿੱਚ ਹੀ ਖੁਸ਼ੀ ਮਾਣਦੇ ਨੇ। ਬੈਠਤ ਪੰਖ ਸੁਧਾਰਤ ਮੋਰ, ਮੋਰ ਵੀ ਬੈਠ ਬੈਠ ਕੇ ਮੋੜ ਮੋੜ ਕੇ ਫੰਗਾਂ ਨੂੰ ਸੁਧਾਰਦੇ ਨੇ। ਜੋਟ ਮਿਲੇ ਚਕਵਾਨ ਜੇ ਕੁੰਜਤ, ਚੱਕਵੇ ਚੱਕਵੀਆਂ ਦੇ ਜੋਟੇ ਮਿਲ ਕਰਕੇ ਥਾਂ ਥਾਂ ਤੇ ਕੂੰਜਾਂ ਜਿਹੜੀਆਂ ਹਨ। ਪੂਜਤ ਕਾਮ ਰਹੇ ਹਰ ਖਾਏ, ਸਾਰਿਆਂ ਦੀਆਂ ਕਾਮਨਾ ਪੂਰੀਆਂ ਹੋ ਰਹੀਆਂ, ਮਨ ਚ ਚੋਗਾ ਮਿਲ ਰਿਹਾ ਹੈ। ਮੌਸਮ ਬੜਾ ਸੋਹਣਾ ਹੈ, ਖੁਸ਼ ਹੋ ਰਹੇ ਨੇ ਪੰਛੀ। ਆਏ ਸਦਾ ਮਨ ਭਾਵਤ ਜੇ ਫਲ, ਮਨ ਭਾਉਂਦੇ ਫਲ ਖਾਂਦੇ ਨੇ ਬਿਰਛਾਂ ਤੋਂ। ਔਰ ਗੁੰਜਾਰਤ ਹੈ ਅਕਲਾਏ, ਥਾਂ ਥਾਂ ਤੇ ਬਹੁਤ ਹੀ ਖੁਸ਼ੀ ਧਾਰ ਕੇ ਤੇਜੀ ਤੇਜੀ ਨਾਲ ਭੌਰੇ ਉੱਡਦੇ ਫਿਰਦੇ ਨੇ ਫੁੱਲਾਂ ਤੇ ਗੂੰਜਦੇ। ਲਾਇਕ ਜੇ ਸੁਖਦਾਇਕ ਸੁੰਦਰ, ਇਹ ਜਿਹਾ ਸਤ ਸੰਗਤ ਜੀ ਪੰਛੀਆਂ ਦੇ ਪਸੰਦ ਦਾ ਬੜਾ ਸੋਹਣਾ ਬਣ ਹੈ, ਸੁੰਦਰ ਤੋਂ ਸੁੰਦਰ। ਅੰਦਰ ਕਾਨਨ ਕੇ ਬਿਰਤਾਏ, ਇਉਂ ਸਤ ਸੰਗਤ ਜੀ ਇਹ ਜੇ ਜੰਗਲ ਦੇ ਵਿੱਚ ਪੰਛੀ ਪਰਵਰਿਸ਼ ਪਾ ਰਹੇ ਹਨ। ਥਾਏ ਮਹਾ ਮਿਰਗ ਮਾਲ ਫਿਰੇ ਗਨ, ਮਿਰਗਾਂ ਦੀਆਂ ਡਾਰਾਂ ਇੱਧਰ ਉੱਧਰ ਨੱਠੀਆਂ ਫਿਰਦੀਆਂ ਮੌਜ ਨਾਲ। ਰੋਜ਼ ਚੰਗਾਰਨ ਕੇ ਸਮੁਦਾਏ, 12 ਸਿੰਘੇ ਰੋਜ਼ ਗਊ ਵਰਗਾ ਹੁੰਦਾ ਸਤ ਸੰਗਤ ਜੀ, ਉਹ ਵੀ ਫਿਰਦੀਆਂ ਟੋਲੀਆਂ ਬੰਨੇ। ਕਿਹਰ ਪਾਲਕ ਡੋਲਤ ਹੈ, ਰਿਛ ਬਹੁਤ ਹਨ, ਪ੍ਰਤੱਖ ਵੀ ਦੇਖੇ ਜਾਂਦੇ ਨੇ ਜਦੋਂ ਜਾਈਏ ਕਿਤੇ। ਸ਼ੇਰ ਵੀ ਕਿਤੇ ਕਿਤੇ ਚੱਕਰ ਮਾਰਦੇ। ਗਜ ਬੋਲਤ ਹੈ ਕਰਨੀ ਅਵਲੋਕ, ਹਾਥੀ ਬੋਲਦੇ ਨੇ ਹਥਨੀਆਂ ਨੂੰ ਦੇਖ ਕੇ। ਬਾਗ ਬਕਾਰ ਫਨੀਨ ਫੰਕਾਰ, ਬਾਗ ਸਤ ਸੰਗੀ ਚਿਤਰੇ ਤੋਂ ਥੱਲੇ ਵਾਲੀ ਪਦਵੀ ਦੇ ਜਾਨਵਰ ਹੁੰਦਾ ਨੂੰ ਬਾਗ ਕਹਿੰਦੇ ਨੇ। ਬਾਗ ਵੀ ਥਾਂ ਥਾਂ ਫਿਰਦੇ ਨੇ। ਮਣੀਆਂ ਵਾਲੇ ਸੱਪ ਫਕਾਟੇ ਮਾਰਦੇ ਹਨ। ਮਨੀਨ ਸੁਧਾਰ ਬਸੇ ਕਰਿਓਕ, ਸਤ ਸੰਗਤ ਜੀ ਮਣੀਆਂ ਨੂੰ ਆਪਣੀਆਂ ਨੂੰ ਸਾਂਭ ਸਾਂਭ ਕੇ ਰੱਖਦੇ ਨੇ ਜਿਹੜੇ ਬੜੇ ਭਾਰੀ ਸੱਪ ਨੇ, ਤੇ ਉੱਥੇ ਖੁੱਡਾਂ ਬਣਾ ਬਣਾ ਕੇ ਰਹਿ ਰਹੇ ਨੇ। ਓਲ ਸਸੇ ਨਕੁੱਲੇ ਤਰਕੇ, ਸੂਰ ਸਹੇ ਇਸੇ ਤਰ੍ਹਾਂ ਸਤ ਸੰਗਤ ਜੀ ਨਕੁੱਲੇ ਤਰਕਾਂ ਜਿਹੜੇ ਛਾਲਾਂ ਮਾਰਦੇ ਫਿਰਦੇ ਨੇ। ਨਿਉਲੇ ਵੀ ਗਨ ਜੰਭੁਕ ਸਾਰਕ ਸਾਰ ਸਕੋਕ, ਗਿੱਦੜ ਫਿਰਦੇ ਨੇ ਕੂਕਦੇ। ਇਹ ਮੈਨਾ ਇਸੇ ਤਰ੍ਹਾਂ ਲਮਟੀਂਗ ਤੇ ਇਹ ਕੂਕਦੇ ਨੇ, ਸਾਰੇ ਆਪੋ ਆਪਣੀਆਂ ਆਵਾਜ਼ਾਂ ਦਿੰਦੇ। ਕਰੋਚ ਸੋ ਆਰਨ ਚੂੜ ਪੁਕਾਰ, ਆਰਨ ਚੂੜ ਕੁੱਕੜਾਂ ਨੂੰ ਕਹਿੰਦੇ ਨੇ। ਜੰਗਲੀ ਕੁੱਕੜ ਹਨ, ਕੂੰਜਾਂ ਹਨ। ਕੋਕ ਸੋ ਬਤਕ ਬ੍ਰਿੰਦ ਅਸ਼ੋਕ, ਚੱਕਵੇ ਚੱਕਵੀ ਬਤਕਾਂ ਆਨੰਦ ਦੇ ਸਹਿਤ ਵਿਚਰਦੇ ਨੇ ਜੰਗਲ ਮੇ। ਸੋਈਆ ਚੰਦ ਅਨੇਕ ਰੀਤ ਕੇ ਮਨ ਤਪ ਤਾਪਤ, ਇਹੇ ਜੇ ਜੰਗਲ ਜਿੱਥੇ ਸਤ ਸੰਗ ਜੀ ਅਨੇਕਾਂ ਕਿਸਮਾਂ ਦੇ ਬਿਰਛ ਪਹਿਲਾਂ ਆਪਾਂ ਕੱਲ ਵਿਚਾਰੇ ਨੇ।
ਬਹੁਤ ਤਰ੍ਹਾਂ ਦੇ ਬਿਰਛ ਨੇ ਜੰਗਲ ਦੇ ਵਿੱਚ, ਵਿਜੜੀਆਂ ਬੂਟੀਆਂ ਬੇਅੰਤ ਨੇ, ਆਬੋ ਹਵਾ ਬੜੀ ਸੋਹਣੀ ਹੈ, ਪੰਛੀ ਸਾਰੇ ਪਰਸਪਰ ਪਿਆਰ ਨਾਲ ਰਹਿੰਦੇ ਨੇ। ਇਹੋ ਜਿਹੇ ਸਤ ਸੰਗਤ ਜੀ ਜੰਗਲ ਦੇ ਵਿੱਚ ਤਪੱਸਿਆ ਕਰ ਰਹੇ ਨੇ। ਇੱਕ ਫਲ ਖਾਏ ਖਾਏ ਇੱਕ ਪਾਤ। ਅਨੇਕਾਂ ਤਰ੍ਹਾਂ ਦੇ ਜਿਹੜੇ ਰਿਸ਼ੀ ਮੁਨੀ ਤਪ ਤਪਾਉਂਦੇ ਨੇ, ਉਹਨਾਂ ਦਾ ਵੀ ਜੀਵਨ ਵੱਖਰਾ ਵੱਖਰਾ ਹੈ। ਇੱਕ ਫਲ ਖਾਹੇ ਸਤ ਸੰਗਤ ਜੀ, ਪੇਟ ਦੀ ਪਟਾਰੀ ਲਾਈ ਬ੍ਰਹਮਾ ਮੁਖ ਚਾਰੀ, ਪੂਰ ਹਾਰੀ ਅਜੂ ਨਹੀਂ ਭਰਿਓ ਹੈ। ਆ ਪੇਟ ਹਰ ਇੱਕ ਦੇ ਲੱਗਿਆ ਹੋਇਆ ਹੈ, ਚਾਹੇ ਕੋਈ ਸਾਧ ਹੈ, ਚਾਹੇ ਕੋਈ ਗ੍ਰਸਤੀ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਇਹਨੂੰ ਖੁਰਾਕ ਜ਼ਰੂਰ ਦੇਣੀ ਪੈਂਦੀ। ਤਪੱਸਿਆ ਤਾਂ ਕਰਨੀ ਹੈ, ਪੱਲੇ ਕੁਛ ਨਹੀਂ, ਪੇਟ ਵਿੱਚ ਕੀ ਪਾਉਣਾ। ਉਹ ਤਪੱਸੀ ਕਿਵੇਂ ਗੁਜ਼ਾਰਾ ਕਰਦੇ ਨੇ ਉਹ ਦੱਸ ਰਹੇ ਨੇ। ਕਹਿੰਦੇ ਇੱਕ ਤਾਂ ਸਤ ਸੰਗੀ ਫਲ ਖਾ ਕੇ ਗੁਜ਼ਾਰਾ ਕਰਦੇ ਨੇ, ਖਾਹੇ ਇੱਕ ਪਾਤ, ਇੱਕ ਪੱਤੇ ਹੀ। ਸਤ ਸੰਗਤ ਜੀ ਦੇਖ ਲਓ, ਸਵਾਦ ਨਹੀਂ ਦੇਖਦੇ, ਪੱਤੇ ਖਾਣੇ ਕਿਤੇ ਸਿਖਾਲੇ ਐ। ਬਿਰਛਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ, ਪਰ ਤਪ ਕਰਦੇ ਹਨ। ਜਲਹਾਰੀ ਤ੍ਰਿਣਹਾਰੀ ਕੇਤਕ, ਕਈ ਜਲ ਦਾ ਹੀ ਆਹਾਰ ਕਰ ਲੈਂਦੇ ਨੇ, ਜੇ ਭੁੱਖ ਲੱਗਦੀ ਹੈ ਜਲ ਪੀ ਲੈਂਦੇ ਨੇ। ਕਈ ਕੱਖ ਚੱਬ ਲੈਂਦੇ ਹਨ। ਨਿਰਾਹਾਰ ਕੇਤਕ ਨੇ ਖਾਤ, ਕਈ ਸੰਤੋਖੀ ਨੇ, ਕਹਿੰਦੇ ਸਰੀਰ ਲੱਗ ਜੇ ਪਿਆ ਲੱਗ ਜੇ, ਨਿਰਾਹਾਰੀ ਰਹਿੰਦੇ ਨੇ, ਛਕਦੇ ਕੁਝ ਨਹੀਂ। ਸ਼ੁਸ਼ਕ ਪੱਤਰ ਭਵਿਖਤ ਨਿਤ ਪ੍ਰਤ ਇੱਕ, ਕਈ ਇਹੋ ਜਿਹੇ ਨੇ ਭਖਤ, ਕਈ ਸੁੱਕੇ ਪੱਤਰੇ ਭਖਦੇ ਨੇ। ਤਰਸ ਆਉਂਦਾ ਵੀ ਬਿਰਛਾਂ ਨੂੰ ਜੇ ਤੋੜਾਂਗੇ ਇਹਨਾਂ ਨੂੰ ਵੀ ਦੁੱਖ ਹੋਊਗਾ। ਥੱਲੇ ਸੱਤ ਨਹੀਂ ਸੁੱਕੇ ਪੱਤੇ ਚੱਕ ਕੇ ਉਹ ਚੱਬ ਲੈਂਦੇ ਨੇ, ਪਾਣੀ ਪੀ ਲੈਂਦੇ ਨੇ। ਪੰਚਾ ਗਣਤੇ ਤਾਪਤ ਗਾਤ, ਲੇਕਿਨ ਵੇਲੇ ਨਹੀਂ ਬੈਠਦੇ, ਪੰਜ ਧੂਣੀਆਂ ਤਪਾ ਕੇ ਵਿਚਾਲੇ ਸੱਤ ਨਹੀਂ ਤਪ ਕਰਦੇ ਨੇ ਬੈਠ ਕੇ ਸਰੀਰ ਕਰਕੇ। ਕਿਤਕ ਸਥੰਡ ਲਸਾਈ ਤਾਪਤ, ਕਈ ਸਤ ਸੰਗਤ ਜੀ ਸੋਹਣੇ ਜਿੱਥੇ ਪੱਥਰ ਥੜੇ ਬਣੇ ਹੋਏ ਨੇ ਨਾ, ਪੱਥਰ ਕੁਦਰਤੀ ਪਏ ਨੇ, ਉਹਨਾਂ ਦੇ ਉੱਤੇ ਬੈਠੇ ਤਪ ਕਰ ਰਹੇ ਨੇ। ਵਰਖਾ ਸੀਤ ਸਹਿ ਸਭ ਭਾਂਤ, ਉੱਠਦੇ ਨਹੀਂ, ਰਾਤ ਦਿਨ ਉੱਥੇ ਭਾਵੇਂ ਵਰਖਾ ਪਈ ਜਾਵੇ, ਭਾਵੇਂ ਬਰਫ਼ ਪਈ ਜਾਵੇ, ਭਾਵੇਂ ਗਰਮੀ ਹੋਵੇ, ਉਹ ਥੜਿਆਂ ਤੇ ਬੈਠੇ ਨੇ। ਅਸਮ ਕੁੰਟ ਤਨ ਬਲਕਲ ਧਾਰੀ, ਕਈ ਜੇ ਮਾੜਾ ਮੋਟਾ ਅੰਨ ਮਿਲ ਜਾਂਦਾ ਉਹਨੂੰ ਪੱਥਰ ਨਾਲ ਕੁੱਟ ਕੇ ਖਾ ਜਾਂਦੇ ਨੇ। ਸਰੀਰ ਨੂੰ ਕਿਵੇਂ ਢੱਕਦੇ ਨੇ? ਬਲਕਲ ਸਤ ਸੰਗਤ ਜੀ ਭੋਜ ਪੱਤਰ ਨੂੰ ਕਹਿੰਦੇ ਨੇ। ਇੱਥੇ ਵੀ ਉਸ ਤਰ੍ਹਾਂ ਦੇ ਬਿਰਛ ਹੈ, ਪਾਰਕਾਂ 'ਚ ਦੇਖੀ ਦੇ ਨੇ ਸਤ ਸੰਗਤ ਜੀ, ਐਵੇਂ ਦਿਖਾਉਣ ਮਾਤਰ ਉਹ ਹਨ। ਇੱਥੇ ਵੀ ਆਪਣੇ ਉੱਥੇ ਸਤ ਸੰਗਤ ਜੀ ਜਿਹੜੇ ਭੋਜ ਪੱਤਰਾਂ ਦੇ ਬਿਰਛ ਨੇ, ਉਹਨਾਂ ਦੀ ਛਿੱਲ ਲੈ ਜਾਂਦੀ ਹੈ ਚੀਰ ਕੇ, ਉਹਨਾਂ ਦੇ ਨਾਲ ਹੀ ਆਪਣਾ ਨਗੇਜ ਢੱਕ ਲੈਂਦੇ ਨੇ, ਬਸਤਰ ਦੀ ਲੋੜ ਨਹੀਂ ਰੱਖਦੇ। ਊਰਦ ਪਗ ਕੇਤਕ ਲਟਕੰਤ, ਕਈ ਪੁੱਠੇ ਪੈਰ ਕਰਕੇ ਦਰਖਤਾਂ ਨਾਲ ਚਿੰਬੜ ਕੇ ਲਟਕਦੇ ਨੇ, ਤਪ ਕਰਦੇ। ਜਲ ਸਾਈ ਇੱਕ ਵਿਚਰਤ ਨਿਤ ਪ੍ਰਤ, ਕਈ ਸਤ ਸੰਗਤ ਜੀ ਜਲ ਦੇ ਵਿੱਚ ਖੜੇ ਹਨ, ਕਈ ਵਿਚਰਦੇ ਹਨ। ਇੱਕ ਚਰਨ ਦਵਾਏ ਹਾਥ ਉਠੰਤ, ਕਈ ਇੱਕ ਪੈਰ ਤੇ ਖੜੇ ਤਹਾਂ ਨੂੰ ਬਾਹਾਂ ਕਰੀਆਂ ਹਨ। ਖੇਤਕ ਵਿਦਿਆ ਬ੍ਰਹਮ ਵਿਚਾਰਤ, ਕਈ ਇਹੋ ਜਿਹੇ ਨੇ ਜਿਹੜੇ ਬ੍ਰਹਮ ਵਿਦਿਆ ਨੂੰ, ਜਿਵੇਂ ਗੁਰਬਾਣੀ ਇਹ ਬ੍ਰਹਮ ਵਿਦਿਆ ਹੈ। ਬ੍ਰਹਮ ਵਿਦਿਆ ਉਹਨੂੰ ਕਹਿੰਦੇ ਜਿਹੜੀ ਬ੍ਰਹਮ ਦੀ, ਵਾਹਿਗੁਰੂ ਦੀ ਪ੍ਰਾਪਤੀ ਕਰਾਵੇ। ਅਧਿਆਤਮ ਵਿਦਿਆ ਵੀ ਇਹਨੂੰ ਆਪਾਂ ਕਹਿੰਦੇ ਹਾਂ। ਇਹੀ ਜੀ ਬਾਣੀ ਨੂੰ ਕਈ ਬੈਠ ਕੇ ਵਿਚਾਰਦੇ ਨੇ। ਸਮ ਸਰੂਪ ਸਭ ਵਿਖੇ ਲਖੰਤ, ਕਿਉਂ ਵਿਚਾਰਦੇ ਨੇ ਸਤ ਸੰਗਤ ਜੀ? ਬਾਣੀ ਵਿਚਾਰੀ ਦੀ ਕਿਉਂ ਹੈ ਕਿ ਸਾਰਿਆਂ ਵਿੱਚ ਅਸੀਂ ਵਾਹਿਗੁਰੂ ਨੂੰ ਦੇਖ ਲਈਏ, ਇਸ ਅਵਸਥਾ ਨੂੰ ਅਸੀਂ ਪ੍ਰਾਪਤ ਹੋ ਜਾਈਏ। ਜੇ ਕੋਈ ਪੁੱਛੇ ਨਾ ਵੀ ਬਾਣੀ ਪੜ੍ਹੀ ਨਹੀਂ ਕਿਉਂ, ਦੁੱਖਾਂ ਤੋਂ ਤਾਂ ਹਰ ਕੋਈ ਛੁੱਟਣਾ ਚਾਹੁੰਦਾ ਹੈ, ਲੇਕਿਨ ਦੁੱਖਾਂ ਤੋਂ ਛੁੱਟਿਆ ਉਦੋਂ ਜਾਵੇਗਾ ਜੇ ਕਿਸੇ ਨੇ ਦਾਲ ਧਰੀ ਲੰਗਰ 'ਚ ਜਾਂ ਪ੍ਰਸ਼ਾਦੇ ਪੱਕਦੇ, ਪੁੱਛੀਏ ਵੀ ਕਿਉਂ ਕਰ ਰਹੇ ਆ? ਭੁੱਖ ਮੇਟਣ ਵਾਸਤੇ। ਲੇਕਿਨ ਸਤ ਸੰਗਤ ਜੀ ਭੁੱਖ ਮੇਟਣ ਵਾਸਤੇ ਤਾਂ ਹੈ, ਭੁੱਖ ਦਾ ਦੁੱਖ ਮੇਟਣ ਵਾਸਤੇ, ਲੇਕਿਨ ਇਹ ਉਸ ਵੇਲੇ ਪੁੱਛਣਾ ਪਵੇਗਾ ਕਿ ਇਹ ਜਿਹੜਾ ਭੋਜਨ ਤਿਆਰ ਕਰ ਰਹੇ ਹਾਂ ਇਹ ਸਹੀ ਕਿਵੇਂ ਬਣ ਜਾਵੇਗਾ। ਸੋ ਦੁੱਖਾਂ ਤੋਂ ਸਹੀ ਛੁੱਟਾਂਗੇ ਕਦੋਂ? ਬਾਣੀ ਪੜ੍ਹਦੇ। ਨਹੀਂ ਤਾਂ ਲਾਂਭਾ ਦੇ ਦਿੰਦੇ ਆ, ਇੰਨਾ ਚਿਰ ਹੋ ਗਿਆ ਬਾਣੀ ਪੜ੍ਹਦੇ ਨੂੰ, ਮੈਨੂੰ ਤਾਂ ਰੋਗ ਸੋਗ ਦੁੱਖਾਂ ਨੇ ਛੱਡਿਆ ਹੀ ਨਹੀਂ, ਮੈਂ ਕੀ ਕਰਾਂ ਤੁਹਾਡੀ ਬਾਣੀ ਨੂੰ, ਇੱਥੇ ਤੱਕ ਤਰਕ ਮਾਰ ਦਿੰਦੇ ਆ। ਇਸੇ ਤਰ੍ਹਾਂ ਸਤ ਸੰਗਤ ਜੀ ਉਹ ਸੋਚਦੇ ਨੇ ਜਿਹੜੇ ਬ੍ਰਹਮ ਵਿਦਿਆ ਨੂੰ ਵਿਚਾਰ ਰਹੇ ਨੇ ਕਿ ਕਦੋਂ ਸਾਡੀ ਬਿਰਤੀ ਹੈ ਜਿਹੜੀ ਦੁਐਤ ਚੋਂ ਨਿਕਲ ਜਾਵੇ, ਸਾਰਿਆਂ ਵਿੱਚ ਅਸੀਂ ਪਰਮੇਸ਼ਰ ਨੂੰ ਦੇਖੀਏ। ਗੁਰਬਾਣੀ ਦਾ ਫਲ ਇਹ ਹੈ, ਪੜ੍ਹਦੇ ਹਾਂ ਇੱਥੇ ਤੱਕ ਅਵਸਥਾ ਪਹੁੰਚ ਜਾਣੀ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ।
ਪਰ ਸਾਰਿਆਂ ਘਟਾਂ 'ਚ ਪਰਮੇਸ਼ਰ ਵਸਦਾ ਹੈ, ਫਿਰ ਦੁਐਤ ਕਿੱਥੇ ਰਹੇਗੀ? ਪਹਿਲਾਂ ਤਾਂ ਦੁਐਤ ਹੀ ਕਲਪਾਉਂਦੀ ਆ, ਮੇਰਾ ਮਿੱਤਰ ਹੈ, ਆ ਮੇਰਾ ਬੈਰੀ ਹੈ, ਕਲਪਦਾ ਰਹਿੰਦਾ ਮਨ। ਸੋ ਸਾਰੇ ਸਤ ਸੰਗੀ ਤਪੱਸੀ ਬਹੁਤ ਸਾਰੇ ਐਸੇ ਨੇ ਜਿਹੜੇ ਬੈਠ ਬੈਠ ਕੇ ਬ੍ਰਹਮ ਵਿਦਿਆ ਦੀ ਵਿਚਾਰ ਕਰਦੇ ਹੈ ਕਿ ਸਾਰਿਆਂ ਵਿੱਚ ਸਾਨੂੰ ਪਰਮੇਸ਼ਰ ਦ੍ਰਿਸ਼ਟੀ ਆਵੇ। ਸ੍ਰਿਤਾ ਤੇਜ ਹਤਾਸਨ ਜੈਸੋ। ਤਪੱਸੀਆਂ ਦਾ ਸਤ ਸੰਗਤ ਜੀ ਪ੍ਰਤਾਪ ਕੈਸਾ ਹੈ? ਜਿਵੇਂ ਸੂਰਜ ਦੀ ਗਰਮੈਸ਼ ਤਪਸ਼ ਪੈਂਦੀ ਆ ਨਾ, ਐ ਤਪੱਸੀਆਂ ਦਾ ਰੋਹ ਵਧਾਵ ਹੈ। ਤਿਸ ਬਨ ਮਹਿ ਅਸ ਤਪੀ ਬਸੰਤ। ਇਹ ਜੇ ਸਤ ਸੰਗਤ ਜੀ ਪ੍ਰਤਾਪ ਵਾਲੇ, ਤੇਜ ਪ੍ਰਤਾਪ ਵਾਲੇ ਤਪੱਸੀ ਉਸ ਬਨ ਵਿੱਚ ਬਸਦੇ ਹਨ। ਜਥਾ ਕਿਰਪਨ ਧਨ ਸੰਚਨ ਮੈਂ ਮਨ। ਕਿਵੇਂ ਉਹਨਾਂ ਦੀ ਬਿਰਤੀ ਆ ਮਨ ਦੀ? ਜਿਵੇਂ ਕੰਜੂਸ ਦੇ ਮਨ ਦੀ ਬਿਰਤੀ ਹਰ ਵੇਲੇ ਪੈਸੇ ਪੈਸੇ 'ਚ ਲੱਗੀ ਰਹਿੰਦੀ ਆ, ਇੱਥੋਂ ਵੀ ਇਕੱਠਾ ਹੋ ਜੇ, ਇੱਥੋਂ ਵੀ ਇਕੱਠਾ ਹੋ ਜੇ। ਤਿਮ ਬ੍ਰਹਮ ਵਿਦਿਆ ਬਸੇ ਟਰੇ ਨਾ। ਇਉਂ ਉਹਨਾਂ ਦੇ ਹਿਰਦੇ 'ਚ ਸਤ ਸੰਗਤ ਜੀ ਬ੍ਰਹਮ ਵਿਦਿਆ ਗੁਰਬਾਣੀ ਵਸਦੀ ਹੈ ਕਿ ਹੁਣ ਵੀ ਸੰਚਿਤ ਕਰ ਲਈਏ, ਹੁਣ ਵੀ ਇੰਨੀ ਕੁ ਬਾਣੀ ਪੜ੍ਹ ਕੇ ਪਰਲੋਕ ਵਾਸਤੇ ਧਨ ਇਕੱਠਾ ਕਰ ਲਈਏ। ਹਰ ਵੇਲੇ ਪਰਮੇਸ਼ਰ ਦਾ ਜਾਪ ਜਪਦੇ ਨੇ। ਨਿਰਪਤ ਨਿਕਟਤਾ ਚੈ ਪ੍ਰਤ ਨਿਤ ਜਸ। ਜਿਵੇਂ ਲਾਇਕ ਰਾਜਾ ਹੋਵੇ, ਉਹਦੇ ਨੇੜੇ ਨਿਕਟਵਰਤੀ ਰਹਿਣ ਨੂੰ ਸਾਰੇ ਨੌਕਰ ਚਾਹੁੰਦੇ ਨੇ ਵੀ ਕਦੋਂ ਅਸੀਂ ਰਾਜੇ ਦੇ ਨਿਕਟਵਰਤੀ ਹੋਈਏ। ਤਸ ਅਕਾਲ ਚੈ ਸਰਨ ਸਦੈਨ। ਇਹ ਸਾਰੇ ਤਪੱਸੀ ਉਸੇ ਤਰ੍ਹਾਂ ਚਾਹੁੰਦੇ ਨੇ ਕਿ ਕਦੋਂ ਅਸੀਂ ਵਾਹਿਗੁਰੂ ਦੇ ਨੇੜੇ ਹੋਈਏ। ਪਾਤਸ਼ਾਹ ਦਾ ਪਾਤਸ਼ਾਹ ਪਰਮੇਸ਼ਰ ਹੈ, ਕਦੋਂ ਉਹਦੀ ਸ਼ਰਨ ਦੇ ਵਿੱਚ ਪਹੁੰਚ ਜੀਏ। ਜਿਉ ਦਰਿਦਰ ਹਰਨ ਕੋ ਗ੍ਰਸਤੀ। ਜਿਵੇਂ ਗ੍ਰਸਤੀ ਲੱਕ ਬੰਨ ਲੈਂਦਾ, ਮੇਰੇ ਘਰ ਵਿੱਚ ਦਲਿੱਦਰ ਨਾ ਰਹੇ, ਹਰ ਵੇਲੇ ਸਾਵਧਾਨ ਰਹਿੰਦਾ ਵੀ ਮੈਂ ਦਲਿੱਦਰ ਨਹੀਂ ਘਰ ਰਹਿਣ ਦੇਣਾ। ਤਿਉ ਹਤ ਮੋਹਿ ਚਹਿਤ ਚਿਤ ਚੈਨ। ਇਉਂ ਤਪੱਸੀ ਸਤ ਸੰਗਤ ਜੀ ਗ੍ਰਸਤੀ ਵਾਂਗੂ, ਜਿਵੇਂ ਗ੍ਰਸਤੀ ਹਰ ਵੇਲੇ ਲਹੂ ਪਾਣੀ ਇੱਕ ਕਰ ਦਿੰਦਾ, ਪਸੀਨਾ ਵਗਾ ਦਿੰਦਾ ਕਿ ਮੈਂ ਘਰ ਵਿੱਚ ਮਾਇਆ ਜਮਾ ਕਰਨੀ ਹੈ, ਦਲਿੱਦਰ ਕੱਢ ਦੇਣਾ। ਉਹ ਕਮਰ ਕਸਾ ਕੀਤਾ ਤਪੱਸੀਆਂ ਨੇ ਕਿ ਮੋਹ ਨਹੀਂ ਛੱਡਣਾ, ਮੋਹ ਕੱਢ ਦੇਣਾ। ਗ੍ਰਸਤੀ ਦਾ ਨੂੰ ਦਲਿੱਦਰ ਬੁਰਾ ਲੱਗਦਾ, ਤਪੱਸੀਆਂ ਨੂੰ ਮੋਹ ਬੁਰਾ ਲੱਗਦਾ ਹੈ। ਮੋਹ ਪਰਮੇਸ਼ਰ ਨੂੰ ਮਿਲਣ ਨਹੀਂ ਦਿੰਦਾ ਹੈ। ਇਉਂ ਮੋਹ ਨੂੰ ਕੱਢ ਰਹੇ ਨੇ ਹਿਰਦਿਆਂ ਚੋਂ। ਉਤਮ ਜਿਨੋ ਕਾਮ ਨਾ ਮਨ ਮਹਿ। ਜਿਨ੍ਹਾਂ ਤਪੱਸੀਆਂ ਦੇ ਮਨ ਵਿੱਚ ਕੋਈ ਖਾਣ ਪੀਣ ਪਹਿਨਣ ਦੀ, ਸੰਸਾਰ ਦੇ ਪਦਾਰਥਾਂ ਦੀ ਕਾਮਨਾ ਨਹੀਂ ਹੈ। ਉੱਤਮ ਕਾਮਨਾ ਹੈ ਕਿ ਹੇ ਵਾਹਿਗੁਰੂ ਤੇਰੀ ਸ਼ਰਨ ਮਿਲ ਜਾਵੇ। ਤਿੰਨ ਤਪਸਨ ਕੋ ਤਹਿ ਬਨਵਾਸ। ਇਹ ਜੇ ਤਪੱਸੀਆਂ ਦਾ ਸਤ ਸੰਗਤ ਜੀ ਉਸ ਬਣ ਵਿੱਚ ਵਾਸਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਸ਼ਟ ਦਮਨ ਰੂਪ ਵਿੱਚ ਤਪੱਸਿਆ ਕੀਤੀ ਹੈ। ਜਨਮ ਮਰਨ ਜਨ ਕਬੋ ਨ ਹੋਏ ਫੁਨ। ਇਹ ਜੇ ਤਪੱਸੀਆਂ ਨੂੰ ਭਾਈ ਸਾਹਿਬ ਕਹਿੰਦੇ ਗੁਰਸਿੱਖੋ ਫਿਰ ਜੰਮਣ ਮਰਨ ਨਹੀਂ ਮੁੜ ਕੇ ਹੈ। ਏਕੇ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ ਸਮਾਇਆ। ਕੇਰਾ ਹੀ ਉਹਨਾਂ ਤਪੱਸੀਆਂ ਦਾ ਆਉਣਾ ਹੋਇਆ, ਮੁੜ ਕੇ ਕੀ ਸੰਸਾਰ ਚ ਆਉਣਾ ਸੀ। ਗੇ ਗਿਆਨ ਅਗਿਆਨ ਬਨਾਸ। ਅਗਿਆਨ ਦਾ ਹਨੇਰਾ ਉਹਨਾਂ ਨੇ ਨਾਸ਼ ਕਰ ਲਿਆ, ਗਿਆਨ ਨੂੰ ਸਤ ਸੰਗੀ ਹਿਰਦੇ ਚ ਵਸਾ ਲਿਆ ਹੈ। ਗਿਆਨ ਦੇ ਗਿਆਤੇ ਹੋ ਗਏ। ਪੁੰਨ ਅਸ਼ੇਸ਼ ਲੇਸ ਜਿਨ ਪਾਪਨਾ। ਜਿਨ੍ਹਾਂ ਕੋਲੇ ਸਾਰੇ ਪੁੰਨ ਹੀ ਪੁੰਨ ਨੇ, ਕਿਣਕਾ ਮਾਤਰ ਲੇਸ ਮਾਤਰ ਵੀ ਪਾਪ ਨਹੀਂ ਉਹਨਾਂ ਦੇ ਪਾਸ। ਖਾਪ ਬਕਾਰਨ ਥਾਪ ਪ੍ਰਕਾਸ਼। ਪਾਪਾਂ ਨੂੰ ਬਕਾਰਾਂ ਨੂੰ ਸਤ ਸੰਗਤ ਜੀ ਖਤਮ ਕਰ ਦਿੱਤਾ। ਅੰਦਰ ਉਹਨਾਂ ਦੇ ਗਿਆਨ ਦਾ ਪ੍ਰਕਾਸ਼ ਹੋ ਚੁੱਕਿਆ। ਬੀਤ ਰਾਗ ਬੜ ਭਾਗ ਸੁ ਪਾਵਨ। ਜਿਨ੍ਹਾਂ ਦੇ ਅੰਦਰ ਰਾਗ ਮੋਹ ਬੀਤ ਗਿਆ ਹੈ, ਵੱਡੇ ਭਾਗਾਂ ਵਾਲੇ ਪਵਿੱਤਰ ਹਨ ਰਿਖੀ। ਅਸ ਪਰਸ਼ੋਤਮ ਪਰਮ ਨਿਵਾਸ। ਇਹ ਜੇ ਉੱਤਮ ਪੁਰਸ਼ਾਂ ਦਾ ਸਤ ਸੰਗ ਜਿਹੜੇ ਵੱਡੇ ਤੋਂ ਵੱਡੇ ਮਹਾਤਮਾ ਤਪੱਸੀ ਹਨ, ਉੱਥੇ ਵਾਸਾ ਕਰਦੇ ਨੇ ਉਸ ਬਣ ਵਿੱਚ। ਤਿਨ ਕੇ ਬੜ ਮਹਾਨਤ ਹੋਏ ਬਾਸੇ। ਜਿਨ੍ਹਾਂ ਦਾ ਜੀਵਨ ਆਪਾਂ ਹੁਣ ਤੱਕ ਵਿਚਾਰਿਆ, ਇਹ ਜੇ ਨਾਨਾ ਤਰ੍ਹਾਂ ਦੀ ਤਪੱਸਿਆ ਕਰ ਰਹੇ ਤਪੱਸੀ, ਇਹਨਾਂ ਸਾਰੇ ਰਿਖੀਆਂ ਮੁਨੀਆਂ ਤਪੱਸੀਆਂ ਦੇ ਮੁਖੀ ਬਣ ਕੇ, ਪੂਜਨੀਕ ਬਣ ਕੇ ਅੱਜ ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੇ ਜਾਮੇ 'ਚ ਬੈਠੇ ਹਨ ਹੇਮਕੁੰਟ ਤੇ। ਕਠਨ ਕਰਤ ਤਪ ਸੰਭ ਸਮਾਨ। ਆਪ ਵੀ ਵਿਹਲੇ ਨਹੀਂ ਵੀ ਉਹ ਤਪੱਸੀਆਂ ਨੂੰ ਹੀ ਕਹਿੰਦੇ ਨੇ ਤੁਸੀਂ ਤਪ ਕਰੋ, ਆਪ ਵੀ ਸ਼ਿਵ ਜੀ ਵਾਂਗੂ ਸਤ ਸੰਗੀ ਤਪ ਕਰ ਰਹੇ ਨੇ। ਰੋਕ ਰਖੀਕ ਨੀਕ ਵਿਦ ਪ੍ਰਭ ਜੂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਸ਼ਟ ਦਮਨ ਰੂਪ ਪਹਿਲੇ ਜਾਮੇ ਵਿੱਚ ਕੀ ਕਰ ਰਹੇ ਨੇ? ਪ੍ਰਭੂ ਦਾ ਰੂਪ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਰੋਕ ਕੇ ਉਰਦ ਕਰੇ ਇੱਕ ਪਦ ਜੁਗ ਪਾਨ। ਹੇਮਕੁੰਡ ਦੀ ਚੋਟੀ ਦੇ ਉੱਤੇ ਸਤ ਸੰਗਤ ਜੀ ਇੱਕ ਪੈਰ ਤੇ ਭਾਰ ਤੇ ਖੜੇ ਹਨ, ਤਾਹਾਂ ਨੂੰ ਬਾਹਾਂ ਕੀਤੀਆਂ ਹੋਈਆਂ। ਜਿਮ ਗਿਰ ਪਰ ਤਰਸ ਥਿਰ ਸਿਸਰ ਰਤ। ਜਿਵੇਂ ਸਤ ਸੰਗਤ ਜੀ ਮਾਘ ਫੱਗਣ ਦੇ ਵਿੱਚ ਬਿਰਛਾਂ ਦੇ ਪੱਤੇ ਝੜੇ ਹੁੰਦੇ ਨੇ, ਜਿਵੇਂ
ਨੰਗੇ ਬਿਰਛ ਖੜੇ ਹੁੰਦੇ ਨੇ ਕਿਸੇ ਚੰਗੇ ਪਹਾੜ ਦੀ ਟੀਸੀ ਦੇ ਉੱਤੇ ਪੱਤਿਆਂ ਤੋਂ ਬਿਨਾਂ। ਐ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਸ਼ਟ ਦਮਨ ਦੀ ਦੇਹ ਵਿੱਚ ਆਪ ਖੜੇ ਹਨ। ਤਿਮਰੇ ਅਚਲ ਹਿਰਦਾ ਦ੍ਰਿੜ ਥਾਨ, ਹਿਰਦੇ ਸੱਚ ਦੀ ਦ੍ਰਿੜਤਾਈ ਹੈ, ਡੋਲਦੇ ਨਹੀਂ, ਮਨ ਅਚਲ ਹੈ। ਮਨੋ ਕਮਲ ਪਰ ਚਤੁਰ ਬਦਨ ਥਿਤ, ਐ ਦੁਸ਼ਟ ਦਮਨ ਨੂੰ ਸਤਿਗੁਰੂ ਜੀ ਖੜੇ ਤਪ ਕਰ ਰਹੇ ਨੇ। ਮਾਨੋ ਕਮਲ ਦੇ ਉੱਤੇ ਬ੍ਰਹਮਾ ਹੀ ਖੜਾ ਹੈ। ਤਪ ਕੋ ਤਪੇ ਮਹਿਤ ਸਵਧਾਨ, ਸਾਵਧਾਨ ਹੋ ਕੇ ਤਪੱਸਿਆ ਕਰ ਰਹੇ ਨੇ। ਆਮਕ ਸ਼ੁਸ਼ਕ ਦਿਖਤ ਧਮਨੀ ਗਨ, ਐਵੇਂ ਨਹੀਂ ਕਿਹਾ ਤੈ ਹਮ ਅਧਿਕ ਤਪੱਸਿਆ ਸਾਧੀ। ਖਾਲਸਾ ਜੀ ਉੱਥੇ ਅਸੀਂ ਅਧਿਕ ਤੋਂ ਅਧਿਕ ਬੜੀ ਭਾਰੀ ਤਪੱਸਿਆ ਕੀਤੀ। ਉਹ ਤਪੱਸਿਆ ਦਾ ਫਲ ਹੈ ਖਾਲਸਾ ਜੀ ਕਲਯੁਗ ਦੇ ਅੰਦਰ ਜਿਹੜਾ ਖਾਲਸਾ ਚਮਕ ਰਿਹਾ ਹੈ। ਸ਼ੇਰਾਂ ਦੀਆਂ ਮਾਰਾਂ ਸੱਚੋਂ ਜੀ ਗਿੱਦੜ ਖਲੋਲਾਂ ਕਰਨ ਵਾਲੀ ਖੇਡ ਹੈ। ਸਾਪਣੇ ਪੱਲੇ ਕੀ ਆ ਗੁਰਸਿੱਖੋ, ਇਹ ਮਹਾਰਾਜ ਸਾਹਿਬ ਜੀ ਦੀ ਘਟਨਾ ਕਰਦੀ ਹੋਈ ਹੈ। ਪੜੋ ਪੰਕਤੀ ਇਹ। ਆਮਕ ਸ਼ੁਸ਼ਕ ਦਿਖਤ ਧਮਨੀ ਗਨ, ਆਪ ਜੀ ਦੇ ਸਰੀਰ ਦਾ ਸਾਰਾ ਚੰਮ ਸੁੱਕ ਚੁੱਕਿਆ ਹੋਇਆ ਹੈ। ਸਰੀਰ ਦੀਆਂ ਨਾੜਾਂ ਦਿਸ ਰਹੀਆਂ ਨੇ, ਤੇਜ ਪ੍ਰਤਾਪ ਦਿਸੋ ਦਿਸ ਛਾਏ। ਲੇਕਿਨ ਸਰੀਰ ਭਾਵੇਂ ਸੁੱਕਦਾ ਜਾਂਦਾ ਹੈ, ਤਪਦਾ ਜਿਹੜਾ ਸੱਚ ਦੀ ਤੇਜ ਪ੍ਰਤਾਪ ਹੈ ਉਹ ਦਸੋ ਦਿਸ਼ਾ ਵਿੱਚ ਛਾ ਰਿਹਾ ਹੈ। ਜਿਮ ਗਰੀਖਮ ਬਧਿਆਨ ਭਾਨ ਹੋਏ, ਜਿਵੇਂ ਗਰਮੀ ਦੀ ਰੁੱਤ ਵਿੱਚ ਦੁਪਹਿਰ ਦਾ ਸੂਰਜ ਬਹੁਤ ਤਪਦਾ ਹੈ, ਸੇਕ ਮਾਰਦਾ ਹੈ। ਡਰਪਤ ਚਿਤ ਸਭ ਸਹਿ ਨ ਸਕਾਏ, ਇਉਂ ਜਿੰਨੇ ਦੂਜੇ ਰਿਖੀ ਮੁਨੀ ਚੇਲੇ ਬਣੇ ਹੋਏ ਨੇ ਦੁਸ਼ਟ ਦਮਨ ਜੀ ਦੇ, ਸਾਰੇ ਨੇੜੇ ਨਹੀਂ ਜਾਂਦੇ। ਐਡਾ ਵੱਡਾ ਮਹਾਰਾਜ ਦਾ ਤਪ ਦਾ ਤੇਜ ਹੈ। ਅਗਨੀ ਮਨੋ ਅਧੂਮ ਪ੍ਰਕਾਸ਼ਤ, ਇਹ ਜੇ ਅੰਦਰ ਗਿਆਨ ਦਾ ਪ੍ਰਕਾਸ਼ ਹੈ। ਮਾਨੋ ਬਿਨਾਂ ਧੂਏ ਤੋਂ ਅਗਨੀ ਜਿਵੇਂ ਚਮਕਦੀ ਹੈ। ਅਗਰੇ ਆਏ ਨ ਕੋਏ ਥਰਾਏ, ਸਾਹਮਣੇ ਮਹਾਰਾਜ ਦੇ ਕੋਈ ਖੜ ਨਹੀਂ ਸਕਦਾ ਹੈ। ਬ੍ਰਹਮ ਲੋਕ ਲਓ ਤੇਜ ਤਪਨ ਕੋ, ਇਹ ਜਿਹਾ ਸਤ ਸੰਗ ਜੀ ਸਾਰੇ ਤਪੱਸੀਆਂ ਨੇ ਵੀ ਤਪ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਦੁਸ਼ਟ ਦਮਨ ਰੂਪ ਵਿੱਚ ਇਹ ਜਿਹਾ ਤਪ ਕੀਤਾ। ਉਹ ਤਪ ਦਾ ਜਿਹੜਾ ਸੇਕ ਸੀ ਨਾ, ਤੇਜ ਸੀ, ਉਹ ਦੇਖ ਲੋ ਬ੍ਰਹਮ ਲੋਕ ਤੱਕ ਪਹੁੰਚਿਆ, ਤਾਂ ਸਵਰਗ ਤੱਕ ਪਹੁੰਚਿਆ। ਬਿਥਰਿਓ ਜਹ ਕੈ ਦੁਸੇ ਸੁਭਾਏ, ਜਿੱਥੇ ਕਿਤੇ ਸੁਭਾਵ ਕੀ ਸਤ ਸੰਗੀ ਨਾ ਸਹਾਰਿਆ ਜਾਣਿਆ ਵਾਲਾ ਜਿਹੜਾ ਤੇਜ ਸੀ ਨਾ, ਉਹ ਫੈਲ ਗਿਆ। ਜੀਤਿਓ ਮਨ ਹੋਏ ਧਿਆਨ ਪਰਾਇਣ, ਵਾਹਿਗੁਰੂ ਦੇ ਧਿਆਨ ਦੇ ਆਸਰੇ ਹੋ ਕੇ ਆਪਣਾ ਮਨ ਜਿੱਤ ਲਿਆ। ਕਰਤਾ ਪੁਰਖ ਸਾਥ ਲਿਵ ਲਾਏ, ਕਰਤਾ ਪੁਰਖ ਵਾਹਿਗੁਰੂ ਨੇ ਸਤ ਸੰਗ ਜੀ ਲਿਵ ਲਾ ਲਈ। ਮਹਾਰਾਜ ਦੁਸ਼ਟ ਦਮਨ ਸਤਿਗੁਰੂ ਜੀ ਨੇ ਸਰਵ ਜੋਤ ਕੀ ਜੋਤ ਦੋਤਕ, ਸਾਰੀਆਂ ਜੋਤਾਂ ਦੀ ਜਿਹੜੀ ਜੋਤ ਜੋ ਵਾਹਿਗੁਰੂ ਹੈ, ਅਸ ਸਰੂਪ ਮਹਿ ਰਹੇ ਸਮਾਏ। ਇਹ ਜੇ ਜੋਤੀ ਸਰੂਪ ਵਾਹਿਗੁਰੂ ਵਿੱਚ ਸਤ ਸੰਗਤ ਜੀ ਸਮਾ ਰਹੇ। ਦ્વૈતે ਏਕ ਰੂਪ ਹੋਏ ਗਇਓ, ਏਕ ਰੂਪ ਹੋਏ ਤਨ ਸੁਧ ਬਿਸਰੀ। ਸਰੀਰ ਦੀ ਬਿਲਕੁਲ ਸਤ ਸੰਗ ਜੀ ਸੁਧ ਬਿਸਰ ਗਈ, ਪਤਾ ਨਹੀਂ ਸਰੀਰ ਕੀ ਹੈ ਜਾਂ ਨਹੀਂ ਹੈ। ਇੱਕ ਰੂਪ ਹੋ ਗਏ, ਪਾਰ ਬ੍ਰਹਮ ਪਰਮੇਸ਼ਰ ਪਾਏ। ਇਹ ਢੰਗ ਨਾਲ ਖਾਲਸਾ ਜੀ ਦੁਸ਼ਟ ਦਮਨ ਦੇ ਰੂਪ ਵਿੱਚ ਮਾਨੇ ਤਪੱਸਿਆ ਕਰਕੇ ਵਾਹਿਗੁਰੂ ਨੂੰ ਪਾਇਆ। ਬੀਤੇ ਬਰਕ ਅਸ਼ੰਖ ਏਕ ਭੇ, ਸਮਾਂ ਕਿੰਨਾ ਲੰਘਿਆ, ਅਸੰਖਾਂ ਸਾਲ ਬਤੀਤ ਹੋਏ ਖਾਲਸਾ ਜੀ। ਸਤਜੁਗ ਦੇ ਵਿੱਚ ਤਪੱਸਿਆ ਕਰਨੀ ਸ਼ੁਰੂ ਕੀਤੀ ਹੈ। ਦੇਖ ਲਓ ਰਾਮਚੰਦਰ ਦਾ ਸਮਾਂ ਲੰਘਿਆ, ਤ੍ਰੇਤਾ ਯੁੱਗ, ਦੁਆਪਰ ਯੁੱਗ ਸਾਰਾ ਲੰਘਿਆ। ਆਪ ਜੀ ਨੇ ਹੇਮਕੁੰਡ ਦੇ ਤਪ ਕੀਤਾ। ਮੂਰਤ ਤਪ ਕੀ ਤਨੂ ਸਹਾਏ, ਸਰੀਰ ਆਪ ਦਾ ਸਤ ਸੰਗਤ ਜੀ ਇਹ ਐ ਸੋਭ ਰਿਹਾ, ਮਾਨੋ ਤਪ ਨਹੀਂ ਸਰੂਪ ਧਾਰਿਆ ਹੈ। ਦੋਰਾ ਦਿੜ ਤਪਸਾ ਮੈਂ ਧਿਆਨ ਲੱਗ, ਅਹੀ ਜੀ ਸਤ ਸੰਗੀ ਪੱਕੀ ਤਪੱਸਿਆ ਦੇ ਵਿੱਚ ਧਿਆਨ ਲਾਇਆ, ਪੱਕਾ ਕਰਕੇ ਮਹਾਰਾਜ ਜੀ ਨੇ। ਤਪ ਕੋ ਤੇਜ ਬਸਾਲ, ਤਪ ਦਾ ਬੜਾ ਭਾਰੀ ਤੇਜ ਪ੍ਰਤਾਪ ਫੈਲਿਆ। ਹਰ ਪਰ ਦੇਵਨ ਮੈਂ ਪਰਿਓ, ਸਵਰਗ ਦੇ ਦੇਵਤੇ ਸਾਰੇ ਘਬਰਾ ਗਏ, ਖਲਬਡਾਹਟ ਪੈ ਗਈ। ਆਕਲ ਤੇ ਭੇਤ ਸਕਾਲ, ਸਾਰੇ ਉਸ ਸਮੇਂ ਘਬਰਾ ਗਏ। ਇੰਦਰ ਨੇ ਸੋਚਿਆ ਕੋਈ ਹਰਨਾਕਸ਼ ਵਰਗਾ ਕੋਈ ਦੈਂਤ ਨਾ ਤਪ ਕਰਦਾ ਹੋਵੇ। ਕਿਉਂ ਮਾਤ ਲੋਕ ਦੇ ਉੱਤੇ ਬਹੁਤ ਸਾਰੇ ਰਿਖੀ ਮੁਨੀ, ਬਹੁਤ ਸਾਰੇ ਰਾਖਸ਼ ਦੈਂਤ ਵੀ ਤਪੱਸਿਆ ਕਰਦੇ ਨੇ ਕਿ ਅਸੀਂ ਸਵਰਗ ਮੱਲਣਾ। ਕੋਈ ਇਹੋ ਜਿਹਾ ਨਾ ਹੋਵੇ ਮੈਨੂੰ ਇੱਥੋਂ ਸਵਰਗ ਚੋਂ ਕੱਢ ਕੇ ਰਾਜਧਾਨੀ ਤੇ ਕਬਜ਼ਾ ਕਰਨ ਵਾਲਾ। ਸਵਈਆ ਛੰਦ ਅਗਨ ਪਰੋਗਮ ਸਹਿਤ ਪੁਰੰਦਰ, ਉਸ ਵੇਲੇ ਸਤ ਸੰਗੀ ਅਗਨੀ ਦੇਵਤਾ ਜਿਹੜਾ ਇਹਦਾ ਚੋਬਦਾਰ ਹੈ ਇੰਦਰ ਦਾ, ਰਾਜੇ ਦਾ, ਹੋਰ ਸਾਰੇ ਦੇਵਤੇ ਇਕੱਠੇ ਹੋ ਕੇ ਗਏ ਬ੍ਰਿੰਦ ਸੁਰ ਬ੍ਰਹਮਾ ਪਾਸ, ਸਾਰੇ ਦੇਵਤੇ ਸਵਰਗ ਦੇ ਬ੍ਰਹਮ ਲੋਕ 'ਚ ਬ੍ਰਹਮਾ ਕੋਲੇ ਗਏ। ਕਿਸਨੇ ਤੇਜ ਤਿਗਮ ਤਪ ਤਾਪਿਓ, ਪੁੱਛਿਆ ਹੈ ਬ੍ਰਹਮਾ ਜੀ ਤੂੰ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਸਾਰੇ ਰਿਖੀਆਂ ਮੁਨੀਆਂ ਨੂੰ ਜਾਣਦਾ, ਸਾਰੇ ਜੀਵਾਂ ਦੀ ਗਿਣਤੀ ਮਿਣਤੀ ਤੈਨੂੰ ਸਭ ਪਤਾ ਹੈ।
ਇਹ ਤਪ ਕਿਹਨੇ ਇਹੋ ਜਿਹਾ ਕਠਨ ਕੀਤਾ ਹੈ, ਬੜਾ ਭਿਆਨਕ। ਸੁਰਗ ਲੋਕ ਲੋ ਭਇਓ ਪ੍ਰਕਾਸ਼। ਉਸ ਤੇਜ ਪ੍ਰਤਾਪ ਜਿਹੜਾ ਤਪਦਾ ਹੈ, ਸਾਡੇ ਸਵਰਗ ਤੱਕ ਉਹਦਾ ਤੇਜ ਪ੍ਰਤਾਪ ਆਇਆ ਹੈ ਸੇਕ। ਨਹੀਂ ਸਹਾਰ ਸਕੇ ਸੁਰ ਸਾਰੇ। ਅਸੀਂ ਸਾਰੇ ਦੇਵਤੇ ਸਹਾਰ ਨਹੀਂ ਸਕੇ ਏਡਾ ਤੇਜ। ਕਠਨ ਘੋਰ ਅਸ ਬਿਦ ਤਿਉ ਰਾਸ। ਬੜਾ ਭਾਰੀ ਕਠਨ ਤੇ ਪ੍ਰਗਟ ਹੀ ਤਪ ਕੀਤਾ ਹੈ ਕਿਸੇ ਨੇ। ਕਰਣਾ ਕਰੋ ਸਹਾਇਕ ਹੋਵੈ ਕਰ। ਇਹ ਭਿਆਨਕ ਤਪ ਕਠਨ ਕਿਹਨੇ ਕੀਤਾ? ਸਾਨੂੰ ਕਿਰਪਾ ਕਰਕੇ ਸਹਾਇਕ ਹੋਵੋ ਸਾਡੇ ਬ੍ਰਹਮਾ ਜੀ। ਨਾਲੇ ਦੱਸੋ ਕੌਣ ਹੈ ਤਪੱਸੀ? ਹਮਰੇ ਸੰਸੈ ਦਿਓ ਬਨਾਸ। ਸਾਡੀ ਚਿੰਤਾ ਹਿਰਦੇ ਚੋਂ ਕੱਢ ਦਿਓ। ਕਹਿਓ ਦ੍ਰੋਣ ਨੇ ਚਿੰਤਾ ਤਿਆਗੋ। ਬ੍ਰਹਮਾ ਕਹਿਣ ਲੱਗਾ, ਉਹ ਦੇਵਤਿਓ ਚਿੰਤਾ ਤਿਆਗ ਦਿਓ। ਕਾਲ ਸਮਾਪਤ ਤਬ ਕੋ ਆਏ। ਐਸ ਵੇਲੇ ਤਪੱਸੀ ਦਾ ਜਿਹੜਾ ਤਪ ਕਰਨ ਦਾ ਸਮਾਂ ਸੀ, ਉਹ ਸਮਾਪਤ ਹੋ ਚੁੱਕਿਆ ਹੈ। ਅਖਿਲ ਜਗਤ ਕੋ ਰਖਕ ਸੁਆਮੀ। ਜਿਹਨੇ ਤਪੱਸਿਆ ਕੀਤੀ ਆ ਉਹ ਸਾਰੀ ਸ੍ਰਿਸ਼ਟੀ ਦਾ ਰੱਖਕ ਹੈ। ਸੋ ਤੁਮਰੇ ਵੀ ਹੋਏ ਸਹਾਏ। ਕਿਸੇ ਰਾਖਸ਼ ਨੇ ਤਪੱਸਿਆ ਨਹੀਂ ਕੀਤੀ, ਉਹ ਪਰਮੇਸ਼ਰ ਰੂਪ ਹਨ। ਉਹ ਕਿਸੇ ਸਮੇਂ ਤੁਹਾਡੀ ਵੀ ਰੱਖਿਆ ਕਰਨਗੇ। ਪ੍ਰਥਮ ਅਵਤਰੇ ਪ੍ਰਭ ਪਰਸ਼ੋਤਮ। ਪਹਿਲਾਂ ਪ੍ਰਗਟ ਹੋ ਚੁੱਕੇ ਨੇ ਪ੍ਰਭੂ ਉੱਤਮ ਪੁਰਸ਼ ਦੇ ਰੂਪ ਵਿੱਚ, ਗੁਰੂ ਨਾਨਕ ਰੂਪ ਹੋ ਕਰਕੇ। ਸ੍ਰੀ ਨਾਨਕ ਨਿਜ ਨਾਮ ਧਰਾਏ। ਵਾਹਿਗੁਰੂ ਨੇ ਨਾਨਕ ਨਾਮ ਧਰਾ ਕਰਕੇ ਮਾਤ ਲੋਕ ਦੇ ਚ ਉਤਰਨਾ ਕੀਤਾ ਹੈ ਪਹਿਲਾਂ। ਵਰਤਿਓ ਬਿਨਾ ਕਾਲ ਕਲ ਭੈਰਵ। ਕਿਉਂ ਪ੍ਰਗਟ ਹੋਏ ਨੇ ਗੁਰੂ ਨਾਨਕ ਦੇਵ ਜੀ? ਬ੍ਰਹਮਾ ਦੇਵਤਿਆਂ ਨੂੰ ਦੱਸ ਰਿਹਾ ਹੈ ਕਿ ਕਲਯੁਗ ਦਾ ਸਮਾਂ ਆਰੰਭ ਹੁੰਦੇ ਸਾਰ ਹੀ ਨਾ ਇਹਨੇ ਬਹੁਤਾ ਜ਼ੋਰ ਪਾ ਦਿੱਤਾ। ਜਿਵੇਂ ਸਤ ਸੰਗਤ ਜੀ, ਬੱਚਾ 5 ਸਾਲ ਦਾ ਹੀ ਜਵਾਨ ਜਦੋਂ ਹੋਣਾ, ਉਹ ਜਵਾਨੀ ਵਾਲੇ ਕੰਮ 5 ਸਾਲ ਦਾ ਹੀ ਕਰਨ ਲੱਗ ਜਾਵੇ ਤਾਂ ਆਦਮੀ ਸਾਰੇ ਹੈਰਾਨ ਹੁੰਦੇ ਵੀ ਇਹ ਉਮਰ ਇਹਦੀ 5 ਸਾਲ ਦੀ ਹੈ, ਕੰਮ ਇਹ ਕਰਦਾ ਜਿਹੜੇ 18-20 ਸਾਲ ਵਾਲੇ ਬੱਚੇ ਵਾਲੇ। ਇਸ ਤਰ੍ਹਾਂ ਕਲਯੁਗ ਹਲੇ ਜੰਮਿਆ ਹੀ ਹੈ, ਹਲੇ ਤਾਂ 5000 ਸਾਲ ਗਿਆ। ਇਹਦੇ ਵਿੱਚ ਉਪੱਦਰ ਬਹੁਤੇ ਹੋਣ ਲੱਗੇ ਪਾਪ। ਇਸ ਕਰਕੇ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨੇ ਗੁਰੂ ਨਾਨਕ ਰੂਪ ਧਾਰ ਕੇ ਮਾਤ ਲੋਕ ਚ ਪਹੁੰਚਣਾ ਕੀਤਾ ਹੈ। ਇਹ ਬ੍ਰਹਮਾ ਨੇ ਦੱਸਿਆ ਦੇਵਤਿਆਂ ਨੂੰ। ਭਰਿਓ ਨਰਕ ਪਾਪੀ ਸਮੁਦਾਏ। ਸਾਰੇ ਲੋਕ ਪਾਪ ਕਰ ਰਹੇ ਨੇ, ਨਰਕ ਭਰ ਰਿਹਾ ਹੈ। ਤਿਨ ਜੀਵਨ ਕੋ ਨਾਮ ਅਲੰਬ ਦੇ। ਉਹਨਾਂ ਜੀਵਾਂ ਨੂੰ ਨਰਕਾਂ ਤੋਂ ਬਚਾਉਣ ਵਾਸਤੇ ਨਾਮ ਦਾ ਆਸਰਾ ਦੇਣ ਲਈ। ਸਤ ਸੰਗਤ ਕੇ ਪੰਥ ਵਿਸਾਲ। ਔਰ ਸਤ ਸੰਗਤ ਦਾ ਪੰਥ ਦੱਸਣ ਵਾਸਤੇ, ਔਰ ਸਤ ਸੰਗਤ ਭਉ ਭਗਤੀ ਵਾਲਾ ਪੰਥ ਪ੍ਰਗਟ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ। ਤਪ ਆਦਿਕ ਮੈਂ ਲਖ ਅਸਕਤ ਨਰ। ਕਿਉਂ? ਜਿਹੜਾ ਤਪ ਕਰਨਾ ਇਹਦੇ ਵਿੱਚ ਜਿਹੜੇ ਕਲਯੁਗ ਦੇ ਜੀਵ ਨੇ ਅਸ਼ਕਤ ਨੇ, ਸ਼ਕਤੀ ਨਹੀਂ ਰੱਖਦੇ, ਦੇਹਾਂ ਕਮਜ਼ੋਰ ਨੇ, ਰੋਗਾਂ ਦੇ ਭਰੇ ਹੋਏ ਨੇ, ਤ੍ਰਿਸ਼ਨਾ ਦੇ ਭਰੇ ਹੋਏ ਮਨ ਹਨ। ਤਪ ਨਹੀਂ ਇਹ ਕਰ ਸਕਦੇ, ਭੁੱਖ ਨਹੀਂ ਸਹਾਰੀ ਜਾਂਦੀ। ਜੇ ਕਹੀ 8 ਪਹਿਰਾ ਭੋਜਨ ਛਕ ਲਈਏ, ਕਹਿੰਦੇ ਨਹੀਂ ਇਹ ਨਹੀਂ ਗੱਲਬਾਤ, 2 ਟਾਈਮ ਛਕਣਾ ਜਾਂ 3 ਟਾਈਮ, ਹਰ ਵੇਲੇ ਜੀਭ ਹਿਲਦੀ ਰਹਿੰਦੀ ਹੈ ਬੱਕਰੀ ਵਾਂਗੂ। ਕਹਿੰਦੇ ਜੀਵ ਕਲਯੁਗ ਦੇ ਕਮਜ਼ੋਰ ਨੇ। ਬ੍ਰਹਮਾ ਕਹਿੰਦਾ ਤਪ ਨਹੀਂ ਕਰ ਸਕਦੇ ਜਿਵੇਂ ਪਹਿਲੇ ਤਪੱਸੀਆਂ ਦਾ ਵਰਣਨ ਆਇਆ ਹੈ। ਸਤ ਸੰਗਤ ਦੁਆਰਾ ਵਾਹਿਗੁਰੂ ਗੁਰੂ ਨਾਨਕ ਰੂਪ ਧਾਰ ਕੇ ਪ੍ਰਗਟ ਹੋਇਆ ਹੈ। ਸੰਗਤ ਦੁਆਰਾ ਇਹਨਾਂ ਜੀਵਾਂ ਦੀ ਕਲਿਆਣ ਕਰਨਗੇ। ਸ੍ਰੇ ਸੁਖੇਨ ਪਾਏ ਤਤਕਾਲ। ਕਲਯੁਗ ਦੇ ਜੀਵ ਸੰਗਤ ਕਰਕੇ ਛੇਤੀ ਮੁਕਤੀ ਪਾ ਲੈਣਗੇ। ਪੰਗ ਮੁਸ਼ਟ ਤਿਨ ਬਖਸ਼ਿਸ਼ ਕੀਨਸ। ਬ੍ਰਹਮਾ ਦੱਸ ਰਿਹਾ ਹੈ ਇਹ ਇੰਦਰ ਨੂੰ, ਹੋਰ ਦੇਵਤਿਆਂ ਨੂੰ, ਕਿ ਇਸ ਵੇਲੇ ਕਲਯੁਗ ਦਾ ਸਮਾਂ ਆਰੰਭ ਹੋ ਚੁੱਕਿਆ ਹੈ। ਤੁਰਕਾਂ ਦਾ ਰਾਜ ਆ ਗਿਆ ਹੈ। ਬਾਬਰ ਨੇ ਜਿਸ ਵੇਲੇ ਹਮਲਾ ਕੀਤਾ ਏਮਨਾਬਾਦ ਦੇ ਉੱਤੇ, ਜਦੋਂ ਸਤ ਸੰਗੀ ਤਬਾਹ ਕਰ ਦਿੱਤੇ ਪਠਾਨ ਸਾਰੇ, ਥਾਂ ਥਾਂ ਤੇ ਕੈਦੀ ਬਣਾ ਲਏ। ਇਧਰ ਸਤ ਸੰਗਤ ਜੀ ਸਤਿਗੁਰੂ ਜੀ ਦੇ ਨਾਲ ਸਾਧੂ ਸੀ, ਗੁਰੂ ਨਾਨਕ ਦੇਵ ਜੀ ਵੀ ਕੈਦੀ ਬਣਾਏ, ਭਾਈ ਮਰਦਾਨਾ ਬਾਲਾ ਵੀ ਨਾਲ। ਚੱਕੀਆਂ ਰੱਖੀਆਂ ਸਤ ਸੰਗਤ ਜੀ ਪੀਣ ਵਾਸਤੇ, ਫੌਜ ਨੂੰ ਆਟੇ ਦੀ ਲੋੜ ਹੁੰਦੀ ਹੈ, ਰਾਸ਼ਨ ਕਿੱਥੋਂ ਜਾਣਾ। ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਸਤ ਸੰਗਤ ਜੀ ਐਸੀ ਕਲਾ ਵਰਤਾਈ, 1100 ਚੱਕੀ ਸਤ ਸੰਗਤ ਜੀ ਏਮਨਾਬਾਦ ਦੀ ਕੈਦ ਵਿੱਚ ਆਪਣੇ ਆਪ ਚੱਲੀ। ਕੱਲੀ ਗੁਰੂ ਨਾਨਕ ਦੇਵ ਦੀ ਚੱਕੀ ਨਹੀਂ ਸੀ ਚੱਲਦੀ। ਕਿਹਾ ਸੀ ਸਾਧੂਆਂ ਨੂੰ, ਤੁਸੀਂ ਸਾਡੀ ਸੰਗਤ ਕੀਤੀ ਹੈ, ਗੁਰੂ ਨਾਨਕ ਦੇਵ ਦੀ ਸੰਗਤ ਦਾ ਫਲ ਕੀ ਹੋਇਆ ਜੇ ਦੁੱਖੀ ਮਿਲੇ, ਚੱਕੀਆਂ ਪੀਣੀਆਂ ਪਈਆਂ। ਜਿੰਨੇ ਸਾਧੂ ਸੀ ਉਹਨਾਂ ਨੂੰ ਕਿਹਾ ਕਿ ਸਿਮਰਨ ਕਰੋ ਤੇ ਦਾਣੇ ਪਾਈ ਚੱਲੋ ਚੱਕੀ 'ਚ, ਆਪੇ ਹੀ ਚੱਲਣਗੇ। ਜਦੋਂ 1100 ਚੱਕੀ ਚੱਲਦੀ ਦੇਖੀ,
ਬਾਬਰ ਕੰਬ ਗਿਆ, ਡਰ ਗਿਆ, ਕਹਿੰਦਾ ਜੇ ਮੈਨੂੰ ਪਤਾ ਹੁੰਦਾ ਇਹ ਜੇ ਕਾਮਲ ਫਕੀਰ ਇਸ ਸ਼ਹਿਰ ਵਿੱਚ ਰਹਿੰਦੇ ਐ ਮੈਂ ਕਦੇ ਹਮਲਾ ਨਾ ਕਰਦਾ। ਇਹ ਜੇ ਕਾਮਲ ਜਿਹੜੇ ਪੀਰ ਫਕੀਰ ਨੇ ਉਹ ਮੈਨੂੰ ਗਰਕ ਕਰ ਸਕਦੇ ਨੇ। ਡਰ ਗਿਆ ਸਤ ਸੰਗਤ ਜੀ, ਮਹਾਰਾਜ ਦੇ ਚਰਨ ਸ਼ਰਨ ਚ ਆਇਆ। ਆਮ ਰਵਾਇਤ ਹੈ ਕਿ ਸਾਧੂ ਭੰਗ ਵਗੈਰਾ ਪੀਆ ਕਰਦੇ, ਇਹਨੇ ਲਿਆ ਕੇ ਮਹਾਰਾਜ ਦੇ ਸਤ ਸੰਗਤ ਚਰਨਾਂ ਤੇ 7 ਮੁੱਠੀਆਂ ਆ ਸੁੱਖੇ ਦੀਆਂ ਭੰਗ ਦੀਆਂ ਭੇਟਾ ਕਰ ਦਿੱਤੀਆਂ। ਮਹਾਰਾਜ ਨੇ ਕਿਹਾ ਭਉ ਤੇਰਾ ਭਾਂਗ, ਖਰੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ, ਮੈਂ ਇਹੋ ਜਿਹਾ ਦੀਵਾਨਾ ਸਾਧੂ ਹਾਂ, ਅਤੀਤ ਬਰਕਤ ਹਾਂ, ਤੇਰਾ ਪ੍ਰੇਮ ਹੀ ਭੰਗ ਹੈ। ਇਹ ਭੰਗ ਪੀ ਕੇ ਅਸੀਂ ਨਾਮ ਖੁਮਾਰੀ ਨਹੀਂ ਸਾਨੂੰ ਜਿਹੜੀ ਚੜ੍ਹਦੀ ਹੈ ਉਹ ਭੰਗ ਦੇ ਨਾਲ ਨਹੀਂ ਚੜ੍ਹ ਸਕਦੀ। ਹੇ ਬਾਬਰ ਤੇਰੀ ਭਾਵਨਾ ਨੂੰ ਫਲ ਦਿੰਨੇ ਆ, ਤੈਂ 7 ਮੁੱਠੀਆਂ ਸਾਡੇ ਮੂਹਰੇ ਰੱਖੀਆਂ, ਤੈਨੂੰ 7 ਪੀੜ੍ਹੀਆਂ ਪਾਤਸ਼ਾਹੀ ਦਿੱਤੀ। ਜੇ ਨਿਆਂ ਕਰੋਗੇ ਤਾਂ ਉਸੇ ਤਰ੍ਹਾਂ ਤੁਹਾਡਾ ਰਾਜ ਚੱਲਦਾ ਰਹੇਗਾ, ਜੇ ਕੁਨਿਆ ਕਰੋਗੇ ਤਾਂ ਅਸੀਂ ਉਹੀ ਸੀਸ ਦੇ ਕਰਕੇ ਨਾ ਤੁਹਾਡੀ ਬਾਦਸ਼ਾਹੀ ਨੂੰ ਗਰਕ ਕਰ ਦਿਆਂਗੇ। ਉਹ ਸਤ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤਾਂ ਦੇਣੀਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਬਲੀਦਾਨ ਦੇਣਾ, ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕਰਨੀਆਂ, ਕੋਈ ਗਿਣਤੀ ਨਹੀਂ ਜਿੰਨੇ ਸਤ ਸੰਗਤ ਜੀ 40 ਮੁਕਤੇ ਕੀ, ਸਿੰਘਾਂ ਨੇ ਸਤ ਸੰਗਤ ਸ਼ਹੀਦੀਆਂ ਪਾਈਆਂ, ਹੋਰ ਬਹੁਤ ਸਾਰੇ ਸਾਧੂ ਸਰਮਦ ਵਰਗੇ ਫਕੀਰ ਜਿਹੜੇ ਸੱਚ ਦੀ ਫੂਕ ਮਾਰ ਕੇ ਰਾਜਧਾਨੀਆਂ ਨੂੰ ਉਡਾ ਦਿੰਦੇ, ਇੰਨੀ ਸ਼ਕਤੀ ਰੱਖਦੇ ਸੀ। ਪਰ ਇਹਨਾਂ ਦੀ ਬਾਦਸ਼ਾਹੀ ਤਾਂ ਨਹੀਂ ਉਹਨਾਂ ਨੇ ਗਰਕ ਕੀਤੀ, ਗੁਰੂ ਨਾਨਕ ਦੇਵ ਦੇ ਬਚਨਾਂ ਨੂੰ ਕੋਈ ਉਲਟਾ ਨਹੀਂ ਸੀ ਸਕਦਾ, ਭਾਵੇਂ ਕਿੰਨੀ ਕੋਈ ਸ਼ਕਤੀ ਵਾਲਾ ਸੀ। ਸੋ ਸਤ ਸੰਗਤ ਜੀ ਅੱਜ ਬਰਮਾ ਦੱਸ ਰਿਹਾ ਹੈ ਦੇਵਤਿਆਂ ਨੂੰ ਕਿ ਤੁਰਕਾਂ ਦਾ ਰਾਜ ਚੱਲ ਪਿਆ ਹੈ, ਕਲਯੁਗ ਦਾ ਸਮਾਂ ਹੈ, ਬਹੁਤ ਜੁਰਮ ਹੋਣ ਲੱਗ ਗਏ। ਕਲਯੁਗ ਨੂੰ ਇੰਨਾ ਛੇਤੀ ਪਾਪ ਨਾਲ ਵਧਣਾ ਨਹੀਂ ਸੀ ਚਾਹੀਦਾ, ਹੌਲੀ ਹੌਲੀ ਪਾਪ ਵਧਣੇ ਚਾਹੀਦੇ ਸੀ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਪਰਮੇਸ਼ਰ ਨੇ ਆਪ ਗਮਨੇ ਜਮਨ ਸੋ ਅਵੇਕ ਚਾਲ। ਇਸ ਵੇਲੇ ਜਵਨ ਤੁਰਕਾਂ ਨੂੰ ਕਹਿੰਦੇ ਨੇ, ਖੋਟੀ ਚਾਲ ਚੱਲਣ ਲੱਗ ਗਏ ਹਨ। ਹਿੰਦਨ ਧਰਮ ਬਨਾਸਨ ਚਾਹਤ। ਬਰਮਾ ਕਹਿੰਦਾ ਹੇ ਦੇਵਤਾਓ ਬਰਮਾ ਦੇਵਤਿਆਂ ਨੂੰ ਸੰਬੋਧਨ ਕਰਕੇ ਕਹਿੰਦਾ ਹੈ, ਕਹਿਣ ਲੱਗਾ ਤਾਂ ਮੈਂ ਤੁਹਾਨੂੰ ਭੇਤ ਵਾਲੀ ਬਾਤ ਦੱਸਦਾ, ਘਬਰਾਉਣ ਵਾਲੀ ਕੋਈ ਬਾਤ ਨਹੀਂ ਹੈ। ਪਰਮੇਸ਼ਰ ਨੇ ਆਪ ਗੁਰੂ ਨਾਨਕ ਰੂਪ ਧਾਰ ਚੁੱਕੇ ਨੇ। ਕਾਰਨ ਕੀ ਹੈ ਕਿ ਤੁਰਕਾਂ ਦਾ ਰਾਜ ਹੋ ਗਿਆ, ਜ਼ੁਲਮ ਬਹੁਤ ਹੋਣ ਲੱਗ ਗਏ। ਪੜੋ ਇਹੀ ਪੰਕਤੀ, ਗਮਨੇ ਜਮਨ ਸੋ ਅਵੇਕ ਚਾਲ। ਖੋਟੀ ਚਾਲ ਚੱਲਦੇ ਨੇ, ਗਊ ਗਰੀਬ ਨੂੰ ਦਾ ਗਲ ਘੁੱਟਦੇ ਹਨ ਤੁਰਕ। ਹਿੰਦਨ ਧਰਮ ਬਨਾਸਨ ਚਾਹਤ। ਹਿੰਦ ਵਾਸੀਆਂ ਦੇ ਧਰਮ ਨੂੰ ਨਾਸ਼ ਕਰਿਆ ਚਾਹੁੰਦੇ ਹਨ। ਮਹਾਮੰਦ ਮਤ ਦੁਸ਼ਟ ਕਰਾਲ। ਬੜੇ ਭਿਆਨਕ ਦੁਸ਼ਟ ਨੇ, ਮੰਦੀ ਮਤ ਵਾਲੇ ਹਨ। ਸੀਸ ਦੇ ਕੂਰੋਂ ਤਿਨ ਕਰਕੇ। ਅਸੀਂ ਸੀਸ ਦੇ ਕੇ ਝੂਠੇ ਕਰਕੇ ਉਹਨਾਂ ਨੂੰ। ਹਰੇ ਤੇਜ ਤਿਨ ਰਾਜ ਬਨਾਸ। ਉਹਨਾਂ ਦੇ ਜਿਹੜੇ ਰਾਜ ਦਾ ਤੇਜ ਪ੍ਰਤਾਪ ਨੂੰ ਨਾਸ਼ ਕਰ ਦਿਆਂਗੇ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਜਿਉਂ-ਜਿਉਂ ਕੋਈ ਸਤ ਸੰਗ ਜੀ ਪਾਪ ਕਰਦਾ, ਉਹਦਾ ਜਿਹੜਾ ਕੋਈ ਪੁੰਨ ਆ ਉਹ ਘਟਦਾ ਜਾਂਦਾ ਹੈ। ਹਰ ਕੋਈ ਆਪ ਹੀ ਸਤ ਸੰਗ ਜੀ ਨਾਸ਼ ਹੋ ਜਾਂਦਾ ਹੈ। ਸੋ ਉਹਨੂੰ ਅਸੀਂ ਕੁਰਬਾਨੀ ਕਰਕੇ ਉਹਨਾਂ ਦਾ ਰਾਜ ਨਸ਼ਟ ਕਰ ਦਿਆਂਗੇ। ਨੌ ਸਰੀਰ ਧਰ ਵਰਤੇ ਪ੍ਰਭ ਜੀ। ਬਰਮਾ ਕਹਿਣ ਲੱਗਾ ਹੇ ਦੇਵਤਾਓ, ਐਸ ਵੇਲੇ ਪਰਮੇਸ਼ਰ ਆਪ 9 ਜੋਤਾਂ 'ਚ ਵਰਤ ਚੁੱਕਿਆ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ 9 ਸਰੂਪ ਧਾਰ ਲਏ। ਅਬ 10ਵੇਂ ਕੋ ਕਰੇ ਪ੍ਰਕਾਸ਼। ਹੁਣ 10ਵਾਂ ਜਾਮਾ ਪ੍ਰਗਟ ਹੋਵੇਗਾ। ਦੇਵੀ ਦੇਵ ਦਿਹੁਰੇ ਤੀਰਥ। ਜਿੰਨੇ ਦੇਵੀਆਂ ਦੇਵਤੇ ਹੋਰ ਉਹਨਾਂ ਦੇ ਮੰਦਰ ਹਨ ਤੀਰਥ। ਆਗਮ ਨਿਗਮ ਅਪਰਮਤ ਰਾਸ। ਜਿੰਨੇ ਸ਼ਾਸਤਰਾਂ ਦੀ ਵਿਦਿਆ, ਵੇਦਾਂ ਦੀ ਵਿਦਿਆ, ਹੋਰ ਜਿੰਨੇ ਮਤ ਮਤਾਂਤਰ ਨੇ ਭਾਰਤ ਵਰਸ਼ ਵਿੱਚ। ਹਿੰਦ ਧਰਮ ਕੇ ਰਖਕ ਹੋਵੇ। ਇਹ ਹਿੰਦ ਵਾਸੀਆਂ ਦੇ ਧਰਮ ਦੇ ਰੱਖਕ ਹੋਣਗੇ। ਸ੍ਰੀ ਗੁਰ
ਸ੍ਰੀ ਗੁਰੂ ਗੋਬਿੰਦ ਸਿੰਘ ਹਲਾਸ ਹੁਲਾਸ ਆਨੰਦ ਸਰੂਪ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਮ ਧਰਾਉਣਗੇ। ਪਰਮ ਤੇਜਸੀ ਪਰਮ ਸੂਰਮੇ ਬੜੇ ਭਾਰੀ ਤੇਜ ਪ੍ਰਤਾਪ ਵਾਲੇ ਵੱਡੇ ਸੂਰਮੇ ਹੋਣਗੇ। ਪਰਮ ਅਮਾਨੁਖ ਕਰਮ ਕਰਹਿ ਉਹ ਇਹੋ ਜਿਹੇ ਕਰਤੱਵ ਕਰਨਗੇ ਜਿਹੜੇ ਵੱਡੇ ਤੋਂ ਵੱਡਾ ਕੋਈ ਮਨੁੱਖ ਨਾ ਕਰ ਸਕੇ। ਜਿੱਥੇ ਮਨੁੱਖ ਦੀ ਨਹੀਂ ਪਹੁੰਚ, ਜਿਸ ਸ਼ਕਤੀ ਨਹੀਂ ਹੈ, ਉਹ ਕੰਮ ਪਰਉਪਕਾਰ ਦੇ ਉਹ ਕਰਨਗੇ। ਜਿਨ ਕੇ ਤਪ ਕੋ ਤੇਜ ਤਿਗਮੇ ਉਹਨਾਂ ਦਾ ਤਪ ਤਪੱਸਿਆ ਜਿਹੜੀ ਕੀਤੀ ਹੋਈ ਹੈ ਨਾ, ਤਪ ਹਿਮਕੁੰਡ ਤੇ, ਉਹ ਤੇਜ ਪ੍ਰਤਾਪ ਦਾ ਸੇਕ ਤੁਹਾਡੇ ਕੋਲੇ ਪਹੁੰਚਿਆ ਹੈ। ਇਹ ਸੋ ਅਬ ਧਰੇ ਜਾਏ ਨਰ ਦੇ ਹੁਣ ਇਹ ਤਪੱਸੀ ਆ ਜਿਹੜੇ ਤਪ ਇਹਨਾਂ ਦਾ ਪੂਰਾ ਹੋ ਚੁੱਕਿਆ ਹੈ। ਇਹ ਗੁਰੂ ਨਾਨਕ ਦੇਵ ਜੀ 10ਵੀਂ ਜੋਤ ਚ ਜਾ ਕੇ ਪ੍ਰਗਟ ਹੋਣਗੇ। ਅਖਿਲ ਜੋਤ ਕੀ ਜੋਤ ਪ੍ਰਕਾਸ਼ਕ ਉਹ ਸਾਰੇ ਜਿਹੜਾ ਜੋਤੀ ਸਰੂਪ ਸਾਰਿਆਂ ਦੇ ਮਨਾਂ 'ਚ ਪ੍ਰਕਾਸ਼ ਰਿਹਾ ਨਾ, ਸਰੀਰਾਂ 'ਚ, ਉਹਦੀ ਜੋਤ ਵਿੱਚ ਲੀਨ ਹੋ ਚੁੱਕੇ ਨੇ ਇਹ। ਸ੍ਰੀ ਨਾਨਕ ਕੀ ਧਾਰੇ ਹੁਣ ਇਹ 9 ਪਾਤਸ਼ਾਹੀਆਂ ਦੀ ਜਿਹੜੀ ਜੋਤ ਹੈ ਨਾ, ਉਹ ਆਪਣੀ ਜੋਤ ਉਹਦੇ ਵਿੱਚ ਹੀ ਮੇਲ ਲੈਣੀ ਹੈ। 10ਵੇਂ ਜਾਮੇ ਪ੍ਰਗਟ ਹੋਣਗੇ। ਤੁਮ ਵੀ ਜਾਓ ਜਗਤ ਮੈਂ ਜਿਤ ਕਿਤੇ ਬਰਮਾ ਕਹਿੰਦਾ ਉਹ ਦੇਵਤਿਓ ਤੁਸੀਂ ਵੀ ਇੱਥੇ ਸਵਰਗ 'ਚ ਬੈਠੇ ਨਾ ਰਹੋ, ਹੋ ਜੋ ਸਫਲੇ ਤੁਸੀਂ ਵੀ। ਜਾਓ ਮਾਤ ਲੋਕ ਵਿੱਚ ਤੁਸੀਂ। ਮਨੋਜ ਸਰੀਰਨ ਕੋ ਧਰ ਲੈ ਗ੍ਰਸਤੀਆਂ ਦੇ ਘਰਾਂ 'ਚ ਮਨੁੱਖਾ ਦੇਹੀ ਪ੍ਰਾਪਤ ਕਰੋ। ਦੋਰਾ ਇੰਦਰ ਪ੍ਰੋਗਮ ਸੁਰ ਕਹਿਓ ਜਾਓ ਜਾ ਕੇ ਸਿੱਖ ਬਣਿਓ ਇਹਨਾਂ ਦੇ। ਇਹਨਾਂ ਨੇ ਵੀ ਅਵਤਾਰ ਧਾਰਨਾ ਹੈ, ਤੁਸੀਂ ਵੀ ਮਾਨਸ ਦੇਹੀ ਲੈ ਲਓ। ਮਾਤ ਲੋਕ ਜਾ ਕੇ ਇਹਨਾਂ ਦੀ ਸਿੱਖੀ ਧਾਰ ਕੇ ਕਮਾ ਕੇ ਉਧਰ ਜਿਓ ਇਹਨਾਂ ਦੇ ਨਾਲ ਹੀ ਸਵਰਗ 'ਚ ਆਉਣ ਜੋਗੇ ਨਹੀਂ ਫਿਰ ਰਹੋਗੇ। ਸੱਚਖੰਡ ਪ੍ਰਾਪਤ ਹੋਊ ਜਿਹਨੂੰ ਤਰਸਦੇ ਹੋ ਤੁਸੀਂ। ਇਉਂ ਸਤ ਸੰਗਤ ਜੀ, ਜਿਸ ਵੇਲੇ ਬ੍ਰਹਮਾ ਨੇ ਸਾਰੀ ਬਾਤ ਦੱਸੀ ਤਾਂ ਇੰਦਰ ਨੇ ਦੇਵਤਿਆਂ ਦੇ ਸਮੇਤ ਪੁੱਛਿਆ, ਅਸ ਤਪਸੀ ਹੈ ਕੌਣ? ਇਹ ਬ੍ਰਹਮਾ ਜੀ, ਇਹ ਜਿਹੜਾ ਤਪੱਸੀ ਹੈ ਇਹ ਹੈ ਕੌਣ? ਅਸੀਂ ਤਾਂ ਜਾਣਦੇ ਨਹੀਂ ਇਸ ਨੂੰ। ਕਿਮ ਤਪ ਤਾਪਿਓ ਤਾਤ ਕਿਸ ਇਹਨੇ ਤਪ ਕਿਉਂ ਤਪਾਇਆ, ਕਿਵੇਂ ਤਪੱਸਿਆ ਕੀਤੀ, ਇਹ ਪੁੱਤਰ ਕਿਹਦਾ ਹੈ? ਕਰਮ ਕਿਓ ਕਿਆ ਤੌਣ ਇਸ ਨੇ ਕੀ ਕਰਤੱਵ ਕੀਤੇ ਨੇ? ਜਿਸ ਕੀ ਆਪਣੇ ਬਦਨ ਤੇ ਜਿਸ ਦੁਸ਼ਟ ਦਮਨ ਦੀ ਤੁਸੀਂ ਆਪਣੇ ਮੁਖੋਂ ਮਹਿਮਾ ਕੀਤੀ ਹੈ। ਬ੍ਰਹਮਾ ਨੂੰ ਕਹਿਣ ਲੱਗੇ ਦੇਵਤੇ, ਕਰਤ ਪ੍ਰਸ਼ੰਸਾ ਏਵ ਇਹ ਬ੍ਰਹਮਾ ਜੀ ਬੜੀ ਤੁਸੀਂ ਇਹਨਾਂ ਦੀ ਮਹਿਮਾ ਕੀਤੀ ਹੈ। ਵਧਿਓ ਵਿਸਾਲ ਪ੍ਰਤਾਪ ਜਗ ਇਹੋ ਜਿਹਾ ਪ੍ਰਤਾਪ ਵਧਿਆ ਇਹਨਾਂ ਦਾ। ਕਿਮ ਪ੍ਰਗਟੇ ਤਪ ਸੇਵ ਇਹ ਹੁਣ ਜਿਨ੍ਹਾਂ ਨੇ ਤਪੱਸਿਆ ਕੀਤੀ ਹੈ, ਪ੍ਰਗਟ ਅੱਗੇ ਕਿਵੇਂ ਹੋਣਗੇ? ਰਿය ਚੰਦ ਕਹਿਤ ਪਇਓ ਕਮਲਾਸਨ ਤਿਨ ਕੋ ਜਿਸ ਵੇਲੇ ਪੁੱਛਿਆ ਕਿ ਇਹਨਾਂ ਨੇ ਕਿਵੇਂ ਜਨਮ ਧਾਰਿਆ, ਕਿਸ ਪ੍ਰਕਾਰ ਤਪੱਸਿਆ ਕੀਤੀ, ਨੌ ਕੀ ਹੈ, ਇਹ ਸਾਰੇ ਸਤ ਸੰਗਤ ਜੀ ਬਰਮਾ ਦੱਸ ਰਿਹਾ। ਹੁਣ ਦੁਸ਼ਟ ਦਮਨ ਬਾਰੇ ਦੇਵਤਿਆਂ ਨੂੰ, ਸੁਨੋ ਸੁਰੋ ਅਖਿਆਨ ਮਹਾਨ ਹੇ ਦੇਵਤਿਓ ਸੁਣੋ, ਬੜਾ ਭਾਰੀ ਪ੍ਰਸੰਗ ਕਥਾ ਦਾ। ਚਿਰਿੰ ਕਾਲ ਕੋ ਐ ਪ੍ਰਾਤਨ ਇਹ ਸਤਜੁਗ ਦੇ ਸਮੇਂ ਦਾ ਪੁਰਾਣਾ ਪ੍ਰਸੰਗ ਹੈ, ਚਿਰਕਾਲ ਦਾ। ਜਬ ਸਤਜੁਗ ਕੋ ਸਮੇਂ ਸਜਾਨ ਜਦੋਂ ਸਤਜੁਗ ਦਾ ਸਮਾਂ ਸੀ, ਦਾਨਵ ਦੈਂਤ ਬਲੰਦ ਬਲੀਗਨ ਸਤਜੁਗ ਦੇ ਸਮੇਂ 'ਚ ਬੜੇ ਭਾਰੀ ਦੈਂਤ ਸੀ, ਜਿਹੜੇ ਰਾਖਸ਼ ਬਲ ਵਾਲੇ। ਤੀਨ ਲੋਕ ਜੀਤੇ ਸਭ ਥਾਨ ਇਹਨਾਂ ਨੇ ਪਤਾਲ ਲੋਕ ਵੀ, ਮਾਤ ਲੋਕ ਵੀ, ਸਵਰਗ ਲੋਕ ਵੀ, ਸਾਰੇ ਥਾਂ ਜਿੱਤ ਲਏ ਸੀ। ਦੁਸ਼ਟ ਬਸਾਲ ਅਨਸ਼ਟੇ ਅਠਾਨਤ ਸਾਰੇ ਥਾਵਾਂ ਦੇ ਉੱਤੇ ਰਾਜ ਕਰਦੇ ਸੀ ਰਾਖਸ਼। ਤੁਹਾਡੇ ਦੇਵਤੇ ਤੁਹਾਨੂੰ ਵਿਵਤਾ ਪਾ ਛੱਡੀ ਸੀ, ਬੜੇ ਪਾਪੀ ਸਨ, ਥਾਂ ਥਾਂ ਤੇ ਪਾਪ ਕਰਦੇ ਸੀ ਰਾਖਸ਼। ਤੁਮੇ ਨਿਕਾਸਿਓ ਸੁਖ ਕਰਹਾਨ ਤੁਹਾਨੂੰ ਕੱਢ ਦਿੱਤਾ ਸੀ, ਤੁਹਾਡੇ ਸੁੱਖ ਖੋਲੇ ਸੀ, ਸਵਰਗ ਚੋਂ ਕੱਢ ਦਿੱਤਾ ਤੁਹਾਨੂੰ। ਨਿਕਟ ਭਗਵਤੀ ਤਬ ਤੁਮ ਗਮਨੇ ਬਰਮਾ ਕਹਿੰਦਾ ਤੁਹਾਨੂੰ ਭਾਵੇਂ ਭੁੱਲ ਗਿਆ ਹੈ, ਮੈਂ ਤੁਹਾਨੂੰ ਦੱਸਦਾ। ਉਸ ਵੇਲੇ ਤੁਸੀਂ ਸਾਰੇ ਦੇਵਤੇ ਸ਼ਕਤੀ ਦੇ ਕੋਲੇ, ਦੇਵੀ ਕੋਲੇ ਗਏ ਸੀ। ਅਨੇਕ ਭਾਂਤ ਕੀ ਸਤੁਤ ਸੁਨਾਏ ਅਨੇਕਾਂ ਤਰ੍ਹਾਂ ਦੀ ਤੁਸੀਂ ਦੁਰਗਾ ਚੰਡੀ ਨੂੰ ਉਸਤਤੀ ਕੀਤੀ ਉਹਦੀ। ਹੇ ਦੇਵੀ ਸਾਡੀ ਰੱਖਿਆ ਕਰ, ਸਾਡਾ ਸਵਰਗ ਰਾਖਸ਼ਾਂ ਨੇ ਖੋਲਿਆ। ਦੁਰਗਾ ਭਈ ਪ੍ਰਸੀਦਤ ਹਿਤ ਕਰ ਦੁਰਗਾ ਜੋ ਕਿਲਿਆਂ ਵਾਲੀ ਹੈ ਚੰਡੀ, ਉਹ ਤੁਹਾਡੇ ਤੇ ਖੁਸ਼ ਹੋਈ। ਆਪਨ ਸਰੀਰ ਕੀਨ ਬਿਦਤਾਏ ਉਸ ਨੇ ਆਪਣਾ ਸਰੀਰ ਪ੍ਰਗਟ ਕੀਤਾ। ਹੇ ਦੇਵਤੇ ਉਹ ਤੁਹਾਨੂੰ ਸਵਰਗ ਦਾ ਰਾਜ ਦਿਵਾਉਣ ਵਾਸਤੇ ਪ੍ਰਗਟ ਹੋਈ, ਰਾਖਸ਼ਾਂ ਨੂੰ ਮਾਰਨ ਲਈ। ਦੀਨਿਸ ਦਰਸ਼ਨ ਧਰਮ ਗੋਪਤਾ ਧਰਮ ਦੀ ਰੱਖਿਆ ਕਰਨ ਵਾਲੀ ਚੰਡੀ ਨੇ ਜਦੋਂ ਦਰਸ਼ਨ ਦਿੱਤੇ ਤੁਹਾਨੂੰ, ਤੁਮਕੋ ਦੀਨ ਦੇਖ ਬਿਕਲਾਏ ਤੁਹਾਨੂੰ
ਬਹੁਤੇ ਦੁਖੀ ਦੇਖ ਕੇ, ਬਰਲਾਪ ਕਰਦੇ ਦੇਖ ਕੇ ਤਰਸ ਕੀਤਾ ਚੰਡੀ ਨੇ। ਦਰਨ ਰੀਛਨਾ ਪੂਛਣ ਕੀਨੇ, ਪੁੱਛਣਾ ਕੀਤਾ ਦਰਸ਼ਨ ਦੇਖ ਕੇ ਤੁਹਾਨੂੰ ਸਾਰਿਆਂ ਦੇਵਤਿਆਂ ਨੂੰ, ਜਿਹਦਾ ਦਰਸ਼ਨ ਬੜਾ ਭਿਆਨਕ ਹੈ, ਸਾਹਮਣੇ ਨਹੀਂ ਕੋਈ ਖੜ ਸਕਦਾ ਚੰਡੀ ਦੇ। ਉਸਨੇ ਦੇਵਤਿਓ ਤੁਹਾਨੂੰ ਪੁੱਛਿਆ ਸੀ। ਦੁਖ ਤੇ ਤਿਨ ਕੋ ਕਹਿਓ 부ਝਾਏ, ਜਦੋਂ ਪੁੱਛਿਆ ਤੁਸੀਂ ਦੱਸ ਦਿੱਤਾ, ਸਮਝਾ ਦਿੱਤਾ, ਹੇ ਚੰਡੀ ਸਾਨੂੰ ਦੈਂਤਾਂ ਦਾ ਬੜਾ, ਰਾਖਸ਼ਾਂ ਦਾ ਦੁੱਖ ਆ, ਸਾਡਾ ਸਵਰਗ ਕਬਜ਼ੇ ਕਰ ਲਿਆ। ਸੁਣ ਕੇ ਪਰਨ ਕੋ ਕੀਨ ਅੰਬਕਾ, ਤੁਹਾਡੀ ਬੇਨਤੀ ਦੁੱਖ ਭਰੀ ਸੁਣ ਕਰਕੇ ਅੰਬਾ ਜਿਹੜੀ ਸੰਸਾਰ ਦੀ ਅੰਮਾ ਬਣੀ ਹੈ ਚੰਡੀ, ਉਸਨੇ ਪਰਨ ਕੀਤਾ। ਸਤਰ ਤੁਮਾਰੋ ਹਤੋਂ ਰਸਾਏ, ਦੇਵਤਿਓ ਚਿੰਤਾ ਨਾ ਕਰੋ, ਮੈਂ ਸ਼ੇਰ ਤੇ ਚੜ ਕੇ ਤੁਹਾਡੇ ਬੈਰੀ ਰਾਖਸ਼ਾਂ ਨੂੰ ਮਾਰਾਂਗੀ। ਯਗ ਭਾਗ ਅਰ ਸਦਨ ਸੁਰਗ ਕੋ, ਦੇਵਤੇ ਕੀ ਚਾਹੁੰਦੇ ਨੇ? ਇੱਕ ਤਾਂ ਯੱਗ ਭਾਗ ਚਾਹੁੰਦੇ ਨੇ। ਸਤ ਸੰਗ ਜੀ ਹਵਨ ਹੁੰਦੇ ਨੇ ਜਿਹੜੇ ਦੇਵਤਿਆਂ ਵਾਸਤੇ ਹੀ ਹੁੰਦੇ ਨੇ ਥਾਂ ਥਾਂ ਤੇ। ਇਸ ਤਰ੍ਹਾਂ ਜੱਗ ਹੋਇਆ ਕਰਦੇ ਸੀ ਅੱਗੇ ਦੇਵਤਿਆਂ ਦੀ ਪ੍ਰਸੰਨਤਾ ਵਾਸਤੇ। ਜਿਵੇਂ ਆਪਾਂ ਕਹਿੰਦੇ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਪ੍ਰੇਮ ਦਾ ਭੁੱਖਾ ਹੈ, ਇਸ ਤਰ੍ਹਾਂ ਦੇਵਤੇ ਵੀ ਹਮਨ ਦੀ ਸਮਗਰੀ ਨਾਲ ਸੂਖਮ ਦੇਹਾਂ ਨੇ ਸਤ ਸੰਗ ਜੀ ਇਹ ਤ੍ਰਿਪਤ ਹੋ ਜਾਂਦੇ ਹਨ। ਜੱਗ ਕਰਿਆ ਕਰਦੇ ਸੀ ਅੱਗੇ ਲੋਕ। ਇਹ ਰਾਖਸ਼ ਜੱਗ ਤੋਂ ਸਤ ਸੰਗ ਜੀ ਉਲਟ ਨੇ, ਜੱਗ ਕਰਨੇ ਬੰਦ ਕਰ ਦਿੱਤੇ, ਸਵਰਗ ਇਹਨਾਂ ਦਾ ਕਬਜ਼ੇ ਕਰ ਲਿਆ। ਦੇਵਤਿਆਂ ਦਾ ਆਸਰਾ ਜੱਗ ਆਹਾਰ ਹੈ, ਰਹਿਣ ਵਾਸਤੇ ਸਵਰਗ ਹੈ। ਦੋ ਹੀ ਚੀਜ਼ਾਂ, ਇੱਕ ਰਹਿਣ ਵਾਸਤੇ ਇੱਕ ਭੋਜਨ, ਦੋ ਚੀਜ਼ਾਂ ਹੀ ਮਿਲਣੀਆਂ ਚਾਹੀਦੀਆਂ ਹਰ ਇੱਕ ਨੂੰ। ਇਹਨਾਂ ਦੇ ਜ਼ਬਤ ਕਰ ਲਏ ਸੀ ਰਾਖਸ਼ਾਂ ਨੇ। ਇਹ ਦੇਵੀ ਕਹਿਣ ਲੱਗੀ ਮੈਂ ਦੋਨੋਂ ਤੁਹਾਨੂੰ ਦਵਾਵਾਂਗੀ, ਨਾਲੇ ਸਵਰਗ ਰਹਿਣ ਵਾਸਤੇ ਨਾਲੇ ਜੱਗ ਉਸੇ ਤਰ੍ਹਾਂ ਕਰਨਗੇ। ਬੋਰ ਦਿਓ ਤੁਮ ਕੋ ਹਰ ਖਾਏ, ਦੁਬਾਰਾ ਫੇਰ ਤੁਹਾਡੀ ਰੋਜੀ ਮੈਂ ਤੁਹਾਨੂੰ ਖੁਸ਼ ਕਰਾਂਗੀ ਦੇ ਕੇ। ਕ੍ਰੋਧਤ ਭਈ ਜਦ ਕੋ ਉਦਤ, ਜੰਗ ਕੋ ਉਦਤ, ਯੁੱਧ ਕੋ ਉਦਤ, ਜਦ ਕੋ ਜੰਗ ਕਰਨ ਵਾਸਤੇ ਸਤ ਸੰਗਤ ਜੀ ਕ੍ਰੋਧ ਦੇ ਸਹਿਤ, ਵੀਰ ਰਸ ਦੇ ਸਹਿਤ ਚੰਡੀ ਹੋਈ। ਆ ਯੁੱਧ ਸ਼ੁੱਧ ਵਿਰੋਧ ਵਧਾਏ, ਬੈਰ ਵਧਾ ਕਰਕੇ ਰਾਖਸ਼ਾਂ ਦੇ ਨਾਲ ਜਿਹੜੇ ਸੁੱਧ ਸ਼ਸਤਰ ਸੀ ਇਹਦੇ ਹੱਥ 'ਚ ਪਕੜੇ ਇਸਨੇ। ਹਤੇ ਦੈਤ ਧਰਨੀ ਤਲ ਛਾਇਓ, ਧਰਤੀ ਦੇ ਸਾਰੇ ਤੇ ਛਾਏ ਹੋਏ ਸੀ ਦੈਂਤ, ਸਾਰਿਆਂ ਨੂੰ ਮਾਰਨਾ ਕੀਤਾ ਚੰਡੀ ਨੇ ਆਪਣੇ ਬਲ ਨਾਲ। ਸੰਗਰ ਮੈਂ ਕਮਸਾਨ ਬਣਾਏ, ਜੰਗ ਦੇ ਵਿੱਚ ਘਮਸਾਨ ਦਾ ਸਤ ਸੰਗ ਜੀ ਯੁੱਧ ਕੀਤਾ ਇਸਨੇ। ਰਕਤ ਬੀਜ ਸੋ ਰਣ ਪੁਨ ਕੀਨਿਸ, ਰਕਤ ਬੀਜ ਸਤ ਸੰਗ ਜੀ ਜਿਹਦੀਆਂ ਬੂੰਦਾਂ ਜ਼ਖਮੀ ਹੋ ਕੇ ਜਿੰਨੀਆਂ ਡਿੱਗਦੀਆਂ ਸੀ ਓਨੇ ਰਕਤ ਬੀਜ ਹੋਰ ਪੈਦਾ ਹੋ ਜਾਂਦੀ ਸੀ ਇੱਕ ਇੱਕ ਬੂੰਦ ਤੋਂ। ਇਹ ਜੇ ਬਲੀ ਰਾਖਸ਼ ਸੀ, ਉਹਨਾਂ ਨਾਲ ਜੰਗ ਕੀਤੇ। ਆ ਯੁੱਧ ਲੱਗੇ ਰਕਤ ਧਰ ਪਾਤ, ਜਿੱਥੇ ਜਿੱਥੇ ਸ਼ਸਤਰ ਲੱਗਦਾ ਉਹਨਾਂ ਦੇ ਖੂਨ ਧਰਤੀ ਤੇ ਡੁੱਲਦੇ। ਭਏ ਸੈਂਕੜੇ ਦੈਂਤ ਸਹਸੇ, ਹਜ਼ਾਰਾਂ ਸੈਂਕੜਿਆਂ ਦੀ ਗਿਣਤੀ 'ਚ ਦੈਂਤ ਹੋਰ ਵੱਧ ਗਏ। ਆ ਯੁੱਧ ਲਛ ਕੋਟੇ ਇੱਕ ਜਾਤ, 10,000 ਲੱਖਾਂ ਦੀ ਗਿਣਤੀ 'ਚ, ਕਰੋੜਾਂ ਦੀ ਗਿਣਤੀ 'ਚ ਇੱਕ ਇੱਕ ਜਾਤ ਦੇ ਹੀ, ਇੱਕ ਇੱਕ ਮਡੰਗੇ ਦੇ ਹੀ ਰਾਖਸ਼ ਪੈਦਾ ਹੋ ਗਏ ਖੂਨ ਤੋਂ। ਅਤੇ ਬੌਰ ਉਪਜੇ ਪੁਨ ਤੈਸੇ, ਜਦੋਂ ਮਾਰਦੀ ਹੈ ਚੰਡੀ ਦੁਬਾਰਾ ਫੇਰ ਪੈਦਾ ਹੋ ਜਾਂਦੇ ਨੇ। ਜਿਨ ਕੀ ਸੰਖਿਆ ਗੁਣੀ ਨਾ ਜਾਤ, ਜਿਨ੍ਹਾਂ ਦੀ ਗਿਣਤੀ ਗਿਣੀ ਨਹੀਂ ਜਾਂਦੀ। ਬ੍ਰਹਮਾ ਦੱਸ ਰਿਹਾ ਦੇਵਤਿਆਂ ਨੂੰ ਇਹ ਪ੍ਰਸੰਗ ਸਾਰਾ। ਸ਼੍ਰਿੰਕਾਲ ਲੋ ਰਹੀ ਕਾਲ ਕਰ, ਹੇ ਦੇਵਤਿਓ ਚਿਰ ਕਾਲ ਤੱਕ ਜੰਗ ਰਚਿਆ ਰੱਖਿਆ ਇਸਨੇ। ਸਰਮਤ ਭਈ ਕੁਛ ਤਬ ਜਗ ਮਾਤ, ਇਹ ਜਗਤ ਮਾਤਾ ਚੰਡੀ ਥੱਕ ਗਈ ਵਿਚਾਰੀ ਜੰਗ ਕਰਦੀ ਕਰਦੀ। ਦੋਰਾ ਸੰਖਿਆ 9 ਕੇ ਅੰਕ ਪਰ, 9 ਦੇ ਅੰਕ ਦੇ ਉੱਤੇ ਸਤ ਸੰਗਤ ਜੀ ਗਿਣਤੀ ਕਰਨ ਲੱਗੇ ਨੇ, ਉੱਤੇ ਬਿੰਦੀਆਂ ਲਾ ਦਿਓ। ਖੋੜਸ ਸੂਨ ਲਗਾਏ, 16 ਬਿੰਦੀਆਂ ਲਾ ਦਿਓ। ਸਤ ਨਹੀਂ 90 ਪਦਮ ਦੈਂਤ ਮਾਰ ਦਿੱਤੇ ਇਸ ਚੰਡੀ ਨੇ, ਪਰ ਮੁੱਕੇ ਫੇਰ ਨਹੀਂ। ਇਤੇ ਦੈਤ ਦੇਵੀ ਹਤੇ, ਕਿੰਨੇ ਸਾਲ ਜੰਗ ਕਰਦੀ ਰਹੀ, ਇੰਨੇ 90 ਪਦਮ ਰਾਖਸ਼ ਮਾਰੇ ਇਸਨੇ। ਗਿਨੇ ਰਿਖਿਨ ਸਮੁਦਾਏ, ਇਹ ਗਿਣੇ ਕਿਨੇ? ਕਹਿੰਦੇ ਜੇ ਜੰਗਲਾਂ 'ਚ ਰਿਖੀ ਤਪੱਸਿਆ ਕਰਦੇ ਸੀ ਨਾ, ਉਹਨਾਂ ਨੇ ਗਿਣੇ ਉਸ ਵੇਲੇ। ਵਿੰਧਿਆ ਚੱਲ ਪਰ ਥਿਤ ਭਈ, ਡਰਦੀ ਹਾਰ ਕੇ ਸਤ ਸੰਗਤ ਜੀ ਰਾਖਸ਼ਾਂ ਤੋਂ ਡਰਦੀ ਨੱਠ ਨਿਕਲੀ। ਇਹ ਵਿੰਧਿਆ ਚੱਲ ਪਰਬਤ ਦੇ ਜਾ ਕੇ ਟਿਕ ਗਈ ਗੁਪਤ ਹੋ ਕੇ। ਜਗਤ ਈਸ਼ਰੀ ਜੋਏ, ਜਿਹੜੀ ਜਗ ਦੀ ਈਸ਼ਰ ਕਹਾਉਂਦੀ ਐ। ਵਿੰਧਿਆ ਚੱਲ ਸੋ ਨਿਵਾਸਨੀ, ਇਹਨੂੰ ਵਿੰਧਿਆ ਚੱਲ ਨਿਵਾਸਨੀ ਵੀ ਕਹਿੰਦੇ, ਉੱਥੇ ਬਸਦੀ ਰਹੀ ਕਰਕੇ। ਜਾਂ ਤੇ ਕੈ ਸਭ ਕੋਏ, ਸਾਰੇ ਗ੍ਰੰਥਾਂ ਵਿੱਚ ਵੀ ਲਿਖਿਆ ਜਾਂਦਾ, ਕਹਿੰਦੇ ਵੀ ਹਨ ਕਿ ਇਹਨਾਂ ਨੂੰ ਵਿੰਧਿਆ ਚੱਲ ਨਿਵਾਸਨੀ ਕਹਿੰਦੇ ਨੇ ਚੰਡੀ ਨੂੰ। ਸ੍ਰੀ ਚੰਦ ਹੋਏ ਸੋ ਲੋਪ ਧਾਰ ਲਗ ਮੂਰਤ, ਛੋਟੀ ਜੀ ਮੂਰਤ ਧਾਰ ਕੇ ਉੱਥੇ ਅਲੋਪ ਹੋ ਗਈ, ਡਰਦੀ ਵੀ ਆਰਾਮ ਕਰ ਲਵਾਂ ਥੋੜੀ ਜਿਹਾ। ਵਿੰਧਿਆ ਚੱਲ ਪਰ ਕੀਨ ਨਿਵਾਸ, ਜਦੋਂ ਵਿੰਧਿਆ ਚੱਲ ਤੇ ਇਹਨੇ ਟਿਕਣਾ ਕੀਤਾ। ਉਗੂ ਉਗੁਰ ਮਹਾ ਤਪ ਤਪਨੇ ਲਾਗੀ, ਉੱਥੇ ਸਤ ਸੰਗਤ ਜੀ
ਬੈਠ ਗਈ ਥੱਕੀ ਹੋਈ ਜੰਗ ਕਰਦੀ ਹੋਈ, ਨਾਲੇ ਫੇਰ ਭਿਆਨਕ ਤਪ ਕਰਨ ਲੱਗੀ। ਹੁਣ ਦੈਂਤਨ ਕੁਲ ਕਰੋ ਨਿਵਾਸ। ਮਨ ਵਿੱਚ ਇਸਤਰੀਆਂ ਦਾ ਹੱਠ ਬਹੁਤ ਹੁੰਦਾ, ਕਹਿੰਦੀ ਦੈਂਤਾਂ ਨੂੰ ਛੱਡਣਾ ਨਹੀਂ, ਹੁਣ ਥੱਕ ਗਈ, ਹੁਣ ਤਪੱਸਿਆ ਕਰਕੇ ਫੇਰ ਮੈਂ ਸ਼ੁਰੂ ਕਰ ਦੂੰ ਜੰਗ। ਐ ਕਹਿੰਦੀ ਮਾਰੂੰਗੀ ਸਾਰਿਆਂ ਨੂੰ। ਇਤ ਉਤ ਦੁਸ਼ਟ ਲਗੇ ਤਬ ਖੋਜਨ। ਉਧਰ ਰਾਖਸ਼ ਸਾਧ ਸੰਗਤ ਜੀ ਕਹਿੰਦੇ ਇਹੀ ਜੀ ਜਾਹਲ ਇਸਤਰੀ ਸਾਡਾ ਘਾਣ ਕਰਕੇ ਰੱਖ ਦਿੱਤੇ, ਭਾਲੋ ਪੱਟੋ ਦੀ ਗੁੱਤ ਕਿੱਥੇ ਕਹੇ, ਲੱਗ ਗਏ ਭਾਲਣ ਇੱਧਰ ਉੱਧਰ। ਆਨਨ ਬੜੇ ਪਹਾੜ ਆਵਾਸ। ਜੰਗਲਾਂ 'ਚ ਦੇਖਦੇ ਆ, ਵੱਡੇ ਵੱਡੇ ਪਹਾੜਾਂ ਦੀਆਂ ਕੰਧਰਾਂ 'ਚ ਦੇਖਦੇ ਆ, ਆਬਾਦੀਆਂ ਜਿੱਥੇ ਲੋਕਾਂ ਦੀ ਉੱਥੇ ਦੇਖਦੇ ਨੇ ਬਈ ਗਈ ਕਿੱਥੇ ਇਹੀ ਜੀ ਜਾਹਲ ਇਸਤਰੀ। ਸਰਤਾ ਸੁਰਵਰ ਦਰੀ ਕੰਦਰਾਂ। ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਦਰਿਆਵਾਂ ਦੇ ਕਿਨਾਰਿਆਂ ਤੇ ਭਾਲਦੇ ਫਿਰਦੇ ਨੇ ਰਾਖਸ਼। ਜੈ ਕੈ ਫਿਰੇ ਰਿਸੇ ਬਲ ਰਾਸ। ਸਾਧ ਸੰਗਤ ਜੀ ਬੜੇ ਬਲ ਦੇ ਸਹਿਤ ਨੇ ਰਾਖਸ਼, ਗੁੱਸੇ ਦੇ ਮਾਰੇ ਹੋਏ ਤਾਂ ਭਾਲਦੇ ਫਿਰਦੇ ਨੇ ਚੰਡੀ ਨੂੰ। ਬੇਲ ਸਬੇਲ ਦੈਂਤ ਦੋਏ ਦੀਰਗ। ਜਿਹੜੇ ਮੁਖੀ ਸੀ ਸਾਧ ਸੰਗਤ, ਇੱਕ ਬੇਲ ਦੈਂਤ ਇੱਕ ਸਬੇਲ, ਦੋਨੋਂ ਭਾਈ, ਇਹ ਵੱਡੇ ਸਨ ਸਾਰਿਆਂ ਚੋਂ। ਲੀਏ ਸੰਗ ਸੈਨਾ ਸਮੁਦਾਏ। ਹਜ਼ਾਰਾਂ ਦੀ ਗਿਣਤੀ ਰਾਖਸ਼ਾਂ ਦੀ ਫੌਜ ਲੈ ਕੇ ਵਿਚਰਦੇ ਨੇ। ਰਿਦ ਸਦ ਇੱਕ ਤਪਸੀ ਦੇਖਿਓ। ਉਸ ਵੇਲੇ ਸਾਧ ਸੰਗਤ ਜਦੋਂ ਇਹਨਾਂ ਨੇ ਚੱਕਰ ਲਾਇਆ ਵਿੰਧਿਆਚਲ ਪਰਬਤ ਤੇ, ਅੱਗੇ ਖਾਲਸਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਜਾਮੇ 'ਚ ਸਮੁੰਦਰ ਰਿਖੀ ਦਾ ਰੂਪ ਧਰਾ ਕਰਕੇ, ਨਾਮ ਸਮੁੰਦਰ ਰਿਖੀ ਸੀ, ਇਹ ਜਿਹਾ ਨਾਮ ਧਰਾ ਕੇ ਆਪ ਜੀ ਤਪ ਕਰ ਰਹੇ ਸੀ, ਜਿੱਥੋਂ ਦੁਸ਼ਟ ਦਮਨ ਪ੍ਰਗਟ ਹੋਣਾ ਹੈ। ਇਹ ਜੇ ਆਪਾਂ ਇਹ ਵਿਚਾਰੀਏ ਕਿ ਮਹਾਰਾਜ ਤਾਂ ਪਹਿਲਾਂ ਦੁਸ਼ਟ ਦਮਨ ਸੀ ਅਕਾਲ ਪੁਰਖ ਦਾ, ਫਿਰ ਕਿਵੇਂ ਇੱਕ ਰੂਪ ਕਹਿ ਦਿਆਂਗੇ? ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਕਾਲ ਪੁਰਖ ਦਾ ਅਵਤਾਰ ਕਿਵੇਂ ਕਹਿ ਦਿਆਂਗੇ? ਉਹ ਤਾਂ ਫਿਰ ਸਮੁੰਦਰ ਰਿਖੀ ਸੀ ਪਹਿਲੇ ਜਨਮ ਦੇ ਵਿੱਚ। ਕਈ ਇੱਥੇ ਕਹੀ ਜਾਂਦੇ ਨੇ ਸਤ ਸੰਗਤ ਜੀ, ਗੁਰਬਾਣੀ ਚ ਆਉਂਦਾ ਹੈ, ਵੇਦੀ ਭਇਓ ਪ੍ਰਸੰਨ ਰਾਜ ਕੈ ਪਾਇਕ ਹੈ, ਦੇਤ ਭਇਓ ਵਰਦਾਨ ਇਹ ਹੁਰ ਸਾਇਕ ਹੈ, ਜਬ ਕਲ ਮੈਂ ਹਮ ਨਾਨਕ ਨਾਮ ਕਹਾਏ हैं, ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ हैं। ਦਸਵੇਂ ਪਾਤਸ਼ਾਹ ਨੇ ਆਪ ਲਿਖਿਆ ਵੀ ਜਿਸ ਵੇਲੇ ਲਾਹੌਰ ਵਾਲੇ ਸੋਢੀਆਂ ਨੇ ਬੇਦੀਆਂ ਤੋਂ ਪਾਠ ਕਰਾਏ ਨੇ, ਉਹਨਾਂ ਨੂੰ ਰਾਜ ਦੇ ਦਿੱਤਾ ਵੇਦ ਪਾਠੀਆਂ ਨੂੰ ਸਾਰਾ। ਫਿਰ ਬੇਦੀ ਨੇ ਖੁਸ਼ ਹੋ ਕੇ ਕਿਹਾ ਸੀ, ਜਬ ਕਲ ਮੈਂ ਹਮ ਨਾਨਕ ਨਾਮ ਕਹਾਏ हैं, ਵੀ ਮੈਂ ਨਾਨਕ ਨਾਮ ਹੋ ਕੇ ਆਉਂਗਾ। ਇਹੀਆਂ ਜੀਆਂ ਸ਼ੰਕਾ ਸਤ ਸੰਗਤ ਜੀ ਮਨ ਵਿੱਚ ਭਰਮ ਪਏ ਹੋਏ ਹਨ। ਸੋ ਹੈ ਵਾਹਿਗੁਰੂ ਸਤ ਸੰਗਤ ਜੀ ਆਪ ਹੀ ਕਿਰਿਆ ਕਰ ਰਿਹਾ ਹੈ। ਸੋ ਇੱਥੇ ਸਤ ਸੰਗਤ ਜੀ ਜਿੱਥੇ ਕਿੱਥੇ ਵੀ ਕੋਈ ਸਿਮਰਨ ਭਜਨ ਕਰਦਾ ਹੈ, ਵਾਹਿਗੁਰੂ ਸਤ ਸੰਗਤ ਜੀ ਉਹਨਾਂ ਦੀ ਰੱਖਿਆ ਵਾਸਤੇ ਗੁਪਤ ਰੂਪ ਹੋ ਕਰਕੇ ਆ ਜਾਂਦਾ, ਹਾਜ਼ਰ ਹੁੰਦਾ। ਜਿੱਥੇ ਕਿੱਥੇ ਕੋਈ ਸਤ ਸੰਗਤ ਤਹਿ ਦਿਲੋਂ ਭਾਵਨਾ ਧਾਰ ਕੇ ਕੋਈ ਕਮਾਈ ਕਰਦਾ ਹੈ, ਉੱਥੇ ਪਰਮੇਸ਼ਰ ਗੁਪਤ ਰੂਪ ਹੋ ਕਰਕੇ ਸਾਧੂ ਸੰਤ ਦੇ ਰੂਪ ਵਿੱਚ ਜਾਂ ਰਿਸ਼ੀ ਦੇ ਰੂਪ ਵਿੱਚ ਸਤ ਸੰਗਤ ਜੀ ਪ੍ਰਗਟ ਹੋ ਕੇ ਉਹਨਾਂ ਨੂੰ ਸੇਧ ਦੇਣ ਵਾਲਾ ਬਣਦਾ। ਸੋ ਦੁਸ਼ਟ ਦਮਨ ਰੂਪ ਵਿੱਚ ਆਪ ਜੀ ਸਤ ਸੰਗਤ ਜੀ ਪਿੱਛੇ ਜੇ ਤਪੱਸੀਆਂ ਦਾ ਕਥਨ ਆਇਆ ਹੈ, ਉਹਨਾਂ ਤਪੱਸੀਆਂ ਨੂੰ ਸਤ ਸੰਗਤ ਜੀ ਸੇਧ ਦੇ ਰਹੇ ਨੇ। ਦੁਸ਼ਟ ਦਮਨ ਦੇ ਆਸਰੇ ਸਤ ਸੰਗਤ ਜੀ ਉਹ ਤਪੱਸਿਆ ਉਹਨਾਂ ਦੀ ਸਫਲ ਹੋ ਰਹੀ ਹੈ। ਅੱਜ ਸਤ ਸੰਗਤ ਜੀ ਸਮੁੰਦਰ ਰਿਖੀ ਦਾ ਰੂਪ ਵਾਹਿਗੁਰੂ ਨੇ ਆਪ ਹੀ ਧਾਰਿਆ ਹੈ। ਉਹੀ ਜੋਤ ਸਤ ਸੰਗਤ ਜੀ ਜਿਹੜੇ ਵਾਹਿਗੁਰੂ ਨੇ ਸਮੁੰਦਰ ਰਿਖੀ ਰੂਪ ਅਖਵਾਇਆ, ਤਪੱਸੀਆਂ ਨੂੰ ਸਤ ਸੰਗਤ ਜੀ ਤਪ ਦੀ ਸੇਧ ਦੇਣ ਵਾਸਤੇ, ਸਿੱਖਿਆ ਦੇਣ ਵਾਸਤੇ, ਉਹੀ ਜੋਤ ਨੇ ਗੁਰੂ ਤੇਗ ਬਹਾਦਰ ਰੂਪ ਸਤ ਸੰਗਤ ਜੀ ਧਾਰਨਾ ਹੈ। ਸੋ ਜਿਸ ਵੇਲੇ ਸਤ ਸੰਗਤ ਜੀ ਇਹ ਦੋਨੋਂ ਰਾਖਸ਼ ਆਪਣੀਆਂ ਫੌਜਾਂ ਦੇ ਸਮੇਤ ਵਿੰਧਿਆਚਲ ਪਰਬਤ ਤੇ ਗਏ, ਇਹ ਚੰਡੀ ਨੇ ਜਾ ਕੇ ਸਤ ਸੰਗਤ ਜੀ ਇਸੇ ਸਮੁੰਦਰ ਰਿਖੀ ਦੀ ਸ਼ਰਨ ਲਈ ਸੀ। ਹੇ ਰਿਖੀ ਕਿਰਪਾ ਕਰ, ਤੂੰ ਪਰਮੇਸ਼ਰ ਰੂਪ ਹੈ, ਅੱਜ ਰਾਖਸ਼ ਮੇਰੇ ਮਗਰ ਲੱਗੇ ਹੋਏ ਨੇ, ਮੈਂ ਥੱਕ ਗਈ ਜੰਗ ਕਰਦੀ ਮਾਰਦੀ, ਮੇਰੇ ਕੋਲ ਪੂਰੇ ਮਰੇ ਨਹੀਂ, ਮੇਰੀ ਸਹਾਇਤਾ ਕਰ। ਸਤ ਸੰਗਤ ਜੀ ਉਸ ਵੇਲੇ ਸਮੁੰਦਰ ਰਿਖੀ ਸ਼ਸਤਰਧਾਰੀ ਨਹੀਂ ਸੀ, ਬ੍ਰਹਮ ਪ੍ਰਾਇਣ ਸਨ, ਬ੍ਰਹਮ ਵਿਦਿਆ ਪੜਾਉਂਦੇ, ਆਪ ਸਿਮਰਨ ਭਜਨ ਕਰਦੇ, ਆਪਣੀ ਸ਼ਕਤੀ ਨਾਲ ਸਤ ਸੰਗਤ ਨੂੰ ਅਲੋਪ ਕਰ ਲਿਆ ਸੀ। ਛੋਟਾ ਜਿਹਾ ਰੂਪ ਧਰਾ ਕੇ ਕਹਿੰਦੇ ਲੈ ਤੂੰ ਵੀ ਸਿਮਰਨ ਭਜਨ ਕਰ ਲੈ। ਇਹ ਸਤ ਸੰਗਤ ਜੀ ਅਲੋਪ ਕਰਕੇ ਉੱਥੇ ਰੱਖ ਲਈ, ਭਜਨ ਕਰਦੀ ਰਹੀ। ਜਦ ਨੂੰ ਰਾਖਸ਼ਾਂ ਨੇ ਤਾਂ ਪੈੜ ਦੇਖਣੀ ਸੀ, ਦੇਖਿਆ ਵੀ ਉਹ ਇਸਤਰੀ ਦੀ ਪੈੜ ਇੱਧਰ ਗਈ ਹੈ, ਜਾ ਪਹੁੰਚੇ ਇੱਥੇ ਵਿੰਧਿਆਚਲ ਪਰਬਤ ਤੇ। ਸ਼੍ਰਿੰਕਾਲ ਕੋ ਤਪ ਗਨਤਾਏ। ਇਹ ਸਮੁੰਦਰ ਰਿਖੀ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਦੀ ਜੋਤ ਚਿਰਕਾਲ ਤੇ ਤਪੱਸਿਆ ਕਰਦੇ ਸੀ ਵਿੰਧਿਆਚਲ ਪਰਬਤ ਤੇ। ਵਿਦਿਆ ਮੈਂ ਨਿਸ਼ਚਿਤ ਨਿਸਨਿਤ ਨਿਤ ਪ੍ਰਤ ਨਿਸ਼ਚਿਤ
ਬ੍ਰਹਮ ਵਿਦਿਆ ਮੈਂ ਨਿਸ਼ਚਿਤ ਨਿਤ ਪ੍ਰਤ ਨਿਤ ਪ੍ਰਤ ਸਤ ਸੰਗੀ ਕੀ ਕਰਦੇ ਸੀ? ਗੁਰੂ ਤੇਗ ਬਹਾਦਰ ਸਾਹਿਬ ਜੀ ਸਮੁੰਦਰ ਰਿਖੀ ਦੇ ਰੂਪ ਵਿੱਚ ਬ੍ਰਹਮ ਵਿਦਿਆ ਦੇ ਵਿੱਚ ਸਤ ਸੰਗੀ ਹਰ ਵੇਲੇ ਮਗਨ ਰਹਿੰਦੇ ਸੀ। ਸੂਰਜ ਅਗਨੀ ਕੇ ਸਮਤਾਏ ਲੇਕਿਨ ਪ੍ਰਤਾਪ ਐਡਾ ਵੱਡਾ ਸੀ, ਜਿਵੇਂ ਸਤ ਸੰਗਤ ਜੀ ਸੂਰਜ ਦੀ ਤਪਸ਼ ਹੁੰਦੀ ਹੈ ਨਾ ਅਗਨੀ ਦੇ ਤੁੱਲ, ਐਡਾ ਵੱਡਾ ਤੇਜ ਪ੍ਰਤਾਪ ਸੀ ਸਮੁੰਦਰ ਰਿਖੀ ਦਾ। ਬੈਠਿਓ ਆਸ਼ਰਮ ਨਿਜ ਤਪ ਮੈਂ ਥਿਤ ਆਪਣੇ ਆਸ਼ਰਮ ਦੇ ਵਿੱਚ ਬੈਠੇ ਹੋਏ ਰਿਸ਼ੀ ਮੁਨੀ ਸਾਰੇ ਚੇਲੇ ਸਨ, ਆਪਣੇ ਆਨੰਦ ਵਿੱਚ ਬੈਠੇ ਸਨ। ਇਕਾਕੀ ਮਨ ਸ਼ਾਂਤ ਸੁਹਾਏ ਇਕਾਂਤ ਬੈਠੇ ਸੀ, ਉੱਥੇ ਹੀ ਇਹ ਦੇਵੀ ਪਹੁੰਚ ਗਈ। ਅਲੋਪ ਕਰ ਲਈ, ਇਹ ਵੀ ਸਤਿਸੰਗ ਦੀ ਸ਼ਰਨ ਲਈ ਬੈਠੀ ਹੈ। ਆਪ ਜੀ ਦਾ ਮਨ ਸ਼ਾਂਤ ਹੈ, ਇਕਾਂਤ 'ਚ ਬੈਠੇ ਨੇ ਸਮੁੰਦਰ ਰਿਖੀ ਜੀ। ਸਰਣ ਕੀਨ ਬਲੋਕਨ ਪੁੱਛਿਓ ਇਹਨਾਂ ਦੇ ਰਾਖਸ਼ਾਂ ਨੇ ਭਾਲਦੇ ਗਏ ਨੇ ਕਿ ਇਹ ਜੀ ਭਿਆਨਕ ਇਸਤਰੀ ਕਿੱਥੇ ਚਲੀ ਗਈ ਸਾਨੂੰ ਮਾਰਦੀ। ਇਹਨਾਂ ਨੇ ਜਾ ਕੇ ਸਮੁੰਦਰ ਰਿਖੀ ਨੂੰ ਪੁੱਛਿਆ। ਅਹੋ ਤਾਪਸੀ ਹਮੇ ਬਤਾਏ ਬੇਲ ਸਬੇਲ ਰਾਖਸ਼ ਕਹਿਣ ਲੱਗੇ, ਤਪੱਸੀ ਸਾਨੂੰ ਭੇਤ ਦੱਸ। ਇੱਕ ਇਸਤਰੀ ਸਭ ਅੰਗ ਮਨੋਹਰ ਇੱਕ ਇਸਤਰੀ ਆਈ ਹੈ ਇੱਧਰ ਨੂੰ, ਪੈੜ ਵੀ ਅਸੀਂ ਦੇਖਦੇ ਆਏ ਹਾਂ, ਸਾਰੇ ਅੰਗ ਬਹੁਤ ਸੁੰਦਰ ਹਨ। ਰਣ ਕਰਤੀ ਅਬ ਗਈ ਪਲਾਏ ਸਾਡੇ ਨਾਲ ਜੰਗ ਕਰਦੀ ਨੱਠ ਨਿਕਲੀ ਮੂਹਰੇ। ਦ੍ਰਿਸ਼ਟ ਸੋ ਗੋਚ ਰਹੀ ਨ ਹਮਰੇ ਸਾਨੂੰ ਦਿਖਦੀ ਦਿਖਦੀ ਅਲੋਪ ਹੋ ਗਈ, ਪਤਾ ਨਹੀਂ ਕਿੱਧਰ ਚਲੀ ਗਈ। ਤਿਸਿਤ ਖੋਜੇ ਸਕਲ ਸੋ ਥਾਏ ਅਸੀਂ ਸਾਰੇ ਥਾਵਾਂ ਤੇ ਭਾਲਦੇ ਫਿਰਦੇ ਹਾਂ। ਭਇਓ ਮਹਾ ਅਚਰਜ ਨਹਿ ਜਾਣੀ ਅਸੀਂ ਬੜੇ ਹੈਰਾਨ ਪਰੇਸ਼ਾਨ ਹੈ, ਸਾਡੇ ਕੋਲ ਜਾਣੀ ਨਹੀਂ ਗਈ, ਗਈ ਕਿੱਥੇ। ਦੈਤ ਹਤੇ ਜੋਧਾ ਸਮੁਦਾਏ ਸਾਡੇ ਦੈਂਤ ਰਾਖਸ਼ ਬੜੇ ਜੋਧੇ ਜੋਧੇ ਸੂਰਮੇ ਉਹਨੇ ਮਾਰ ਦਿੱਤੇ। ਸੁਣ ਤਪਸੀ ਰਿਸ ਕਰਕੇ ਬੋਲਿਓ ਸਤ ਸੰਗ ਜੀ ਉਸ ਵੇਲੇ ਥੋੜਾ ਜਿਹਾ ਵੀਰ ਰਸ ਧਾਰ ਕੇ ਸਮੁੰਦਰ ਰਿਖੀ ਦੇ ਰੂਪ ਚ ਗੁਰੂ ਤੇਗ ਬਹਾਦਰ ਜੀ ਬੋਲੇ। ਰੇ ਮੂਢੋ ਦੁਰਮਤ ਉਰ ਧਾਰ ਕਹਿਣ ਲੱਗੇ ਸਮੁੰਦਰ ਰਿਖੀ ਜੀ, ਹੇ ਮੂਰਖੋ, ਸ਼ਰਾਬ ਕਬਾਬ ਛਕ ਕੇ ਤੁਸੀਂ ਖੋਟੀ ਮਤ ਧਾਰੀ ਹੋਈ ਐ। ਯਾ ਬਕਬਾਦ ਕਰਤ ਅਨਜਾਨੋ ਤੁਸੀਂ ਅਣਜਾਣ ਭੁੱਲੇ ਹੋਏ ਹੋ, ਕਿਉਂ ਬਕਵਾਸ ਕਰਦੇ ਹੋ। ਸੋ ਸ਼ਕਤੀ ਹੈ ਪਰਮ ਉਦਾਰ ਜਿਹੜੀ ਇਸਤਰੀ ਦੱਸਦੇ ਹੋ ਸੋਹਣੇ ਅੰਗਾਂ ਵਾਲੀ, ਉਹ ਬੜੀ ਭਾਰੀ ਸ਼ਕਤੀ ਹੈ, ਬੜੀ ਵੱਡੀ। ਜਹਾਂ ਕਹਾਂ ਪਰ ਪਰਨ ਪਾਵਨ ਜਹਾਂ ਕਹਾਂ ਪਰ ਪੂਰਨ ਪਾਵਨ ਜਿੱਥੇ ਕਿੱਥੇ ਉਹ ਸ਼ਕਤੀ ਵਿਆਪ ਰਹੀ ਹੈ, ਪੂਰਨ ਪਵਿੱਤਰ ਹੈ। ਸਿਮਰੇ ਸਰਦਾ ਕਰੇ ਨਿਹਾਰ ਜਿੱਥੇ ਕੋਈ ਉਸ ਨੂੰ ਚੇਤੇ ਕਰੇ, ਸਿਮਰਨ ਕਰੇ, ਉਹਦਾ ਉਹ ਨਿਹਾਲ ਕਰ ਦਿੰਦੀ। ਜਬ ਬਿਦ ਤਹਿਗੀ ਰੂਪ ਭਿਆਨਕ ਜਦੋਂ ਉਹ ਪ੍ਰਗਟ ਹੋਵੇਗੀ, ਜਿਹੇ ਜੇ ਤੁਸੀਂ ਹੋ, ਤੁਹਾਡੇ ਮੁਕਾਬਲੇ ਤੇ ਉਹ ਭਿਆਨਕ ਰੂਪ ਧਾਰੇਗੀ। ਤੋ ਸਤ ਸੰਗਤ ਜੀ, ਆਪਣੇ ਵੀ ਹਰ ਇੱਕ ਦਾ ਸੁਭਾਅ ਇਹੀ ਹੈ। ਜਿਹਾ ਜਿਹਾ ਬੰਦਾ ਹੁੰਦਾ ਉਹੋ ਜਿਹਾ ਆਪਾਂ ਚਿਹਰਾ ਬਣਾ ਲੈਂਦੇ ਆ। ਜੇ ਮਿੱਤਰ ਸਾਹਮਣੇ ਆ ਜੇ ਤਾਂ ਸਤ ਸੰਗਤ ਜੀ ਦੇਖੋ, ਫਿਰ ਫੁੱਲ ਵਾਂਗੂ ਖਿੜਿਆ ਆਪਣਾ ਚਿਹਰਾ ਹੁੰਦਾ। ਜੇ ਬੈਰੀ ਆ ਜੇ, 7 ਤਿਉੜੀਆਂ ਮੱਥੇ ਤੇ ਨਾਲੇ ਬੁੱਲ ਫਰਕਦੇ ਨੇ ਆਏ ਕਿਰਾਂ। ਇਸੇ ਤਰ੍ਹਾਂ ਹੁਣ ਰਾਖਸ਼ਾਂ ਦੇ ਮੁਕਾਬਲੇ ਤੇ ਉਸੇ ਦੇਵੀ ਨੇ ਸਤ ਸੰਗਤ ਵੀਰ ਰਸ ਧਾਰਨਾ। ਜਿਹੜੇ ਸੰਤ ਭਗਤ ਨੇ ਉਹਨਾਂ ਨੂੰ ਦਰਸ਼ਨ ਵੇਖ ਕੇ ਸਤ ਸੰਗਤ ਫਿਰ ਹੋਰ ਰੂਪ ਚਿਹਰੇ ਦਾ ਹੋਵੇਗਾ। ਤਾਂ ਸਮੁੰਦਰ ਰਿਖੀ ਜੀ ਕਹਿ ਰਹੇ ਨੇ, ਜੇ ਪ੍ਰਗਟ ਹੋਵੇਗੀ ਨਾ ਬੜਾ ਭਿਆਨਕ ਰੂਪ ਧਾਰ ਕੇ, ਤੁਸੀਂ ਸਾਹਮਣੇ ਨਹੀਂ ਖੜ ਸਕੋਗੇ ਹੇ ਰਾਖਸ਼ੋ। ਤਬ ਤੁਮ ਗਨ ਕੋ ਕਰੇ ਸੰਘਾਰ ਤੁਹਾਨੂੰ ਸਾਰਿਆਂ ਨੂੰ ਖਤਮ ਕਰ ਦੇਵੇਗੀ, ਮਾਰ ਦੇਵੇਗੀ। ਸੁਨ ਉਨਮਤ ਦੈਤ ਔਰ ਕਰੋਪੇ ਜੇ ਸਤ ਸੰਗ ਜੀ ਆਪਾਂ ਕਿਸੇ ਦੇ ਬੈਰੀ ਦੀ ਸਿਫਤ ਕਰ ਦਈਏ, ਉਹ ਆਪਣੇ ਭਲੀ ਗੁਜ਼ਾਰੂ। ਇਸੇ ਤਰ੍ਹਾਂ ਇਹ ਰਾਖਸ਼ ਤਾਂ ਸਤ ਸੰਗ ਜੀ ਸਮੁੰਦਰ ਰਿਖੀ ਨੂੰ ਪੈ ਨਿਕਲੇ, ਬੜੇ ਗੁੱਸੇ ਦੇ ਸਹਿਤ ਸਤ ਸੰਗਤ ਜੀ ਲੱਗੇ ਹਮਲਾ ਕਰਨ। ਮਾਰ ਮਾਰ ਸਨਮੁਖ ਰਿਖਤਾਏ ਕਹਿੰਦੇ ਮਾਰ ਲੋ, ਕਹਿੰਦੇ ਰਿਖੀ ਨੂੰ ਹੀ ਕਹਿੰਦੇ ਖਤਮ ਕਰੋ। ਤਬੇ ਤਪੋਧਨ ਹਿਰਦੇ ਵਿਚਾਰਿਓ ਉਸ ਵੇਲੇ ਜਿਨ੍ਹਾਂ ਕੋਲੇ ਤਪਦਾਈ ਧਨ ਹੈ ਸਮੁੰਦਰ ਰਿਖੀ ਕੋਲੇ, ਹਿਰਦੇ 'ਚ ਵਿਚਾਰ ਕੀਤੀ, ਅਸੀਂ ਤਾਂ ਸਾਡੇ ਕੋਲੇ ਸ਼ਸਤਰ ਨਹੀਂ ਹਨ। ਬ੍ਰਹਮ ਪ੍ਰੇਰਣਾ ਹਰ ਵੇਲੇ ਸ਼ਾਂਤਮਈ ਬਿਰਤੀ ਹੈ, ਸਿਮਰਨ ਭਜਨ ਕਰਦੇ ਆ। ਰਿਸ਼ੀ ਮੁਨੀ ਚੇਲੇ ਨੇ, ਉਹ ਵੀ ਸ਼ਸਤਰ ਧਾਰੀ ਨਹੀਂ ਹਨ। ਇਹ ਰਾਖਸ਼ ਸ਼ਸਤਰ ਧਾਰੀ ਨੇ, ਸਾਨੂੰ ਮਾਰਨ ਨੂੰ ਤਿਆਰ ਹੋਏ ਨੇ। ਇਨਸੋ ਹਮ ਕਿਆ ਕਰੇ ਰਸਾਏ ਹੁਣ ਇਹਨਾਂ ਤੋਂ ਅਸੀਂ ਕਿਵੇਂ ਬਚੀਏ, ਕੀ ਯਤਨ ਕਰੀਏ। ਬ੍ਰਹਮ ਪਰਾਇਣ ਬ੍ਰਾਹਮਣ ਤਨ ਹੈ ਇਸ ਵੇਲੇ ਬ੍ਰਹਮਣਾ ਵਾਲਾ ਸਾਡਾ ਸਰੀਰ ਹੈ, ਬ੍ਰਹਮ ਪ੍ਰਾਇਣ ਹਾਂ, ਭਾਵ ਬ੍ਰਹਮਾਕਾਰ ਬਿਰਤੀ ਹੈ। ਧਰਮ ਨ ਹਮਰੋ ਜੁਧ ਮਚਾਏ ਸਾਡਾ ਇਸ ਵੇਲੇ ਧਰਮ ਨਹੀਂ ਯੁੱਧ ਕਰਨ ਦਾ, ਕਿ ਸਤੋਮਈ ਬਿਰਤੀ ਵਿੱਚ ਸਤਰੀ ਸਾਧੂ ਰੂਪ ਵਿੱਚ ਯੁੱਧ ਨਹੀਂ ਕਰਿਆ ਕਰੀਦਾ। ਵੀਰ ਰਸ ਜਿਸ ਵੇਲੇ ਧਾਰ ਲਈਏ, ਸ਼ਸਤਰ ਧਾਰੀ ਹੋਈਏ,
ਉਸ ਵੇਲੇ ਜੰਗ ਕਰੀਦਾ ਹੈ। वैसे शिष्य हैं इसी धर्म में, ਮੇਰੇ ਸ਼ਿਸ਼ ਚੇਲੇ ਵੀ ਉਸੇ ਧਰਮ ਚ ਨੇ, ਬ੍ਰਹਮ ਪ੍ਰਾਇਣ ਨੇ, ਸਾਰੇ ਸਤੋਗੁਣੀ ਬਿਰਤੀ ਵਾਲੇ ਹਨ। मोहे समान शांत जित लाए, ਜਿਵੇਂ ਸਾਡਾ ਹਿਰਦਾ ਸ਼ਾਂਤ ਹੈ ਇਸ ਤਰ੍ਹਾਂ ਉਹ ਵੀ ਸ਼ਾਂਤ ਨੇ। कौन अपाय करे अब ਹੁਣ इंसान, ਇਹ ਰਾਖਸ਼ ਮਾਰਨ ਨੂੰ ਤਿਆਰ ਹੋਏ ਨੇ, ਇਹਨਾਂ ਤੋਂ ਬਚਣ ਦਾ ਕੀ ਯਤਨ ਕਰੀਏ। कृत अपराध उचित है दंड, ਇਹ ਜਿਹੜੇ ਅਪਰਾਧ ਕਰ ਰਹੇ ਨੇ, ਸਾਡਾ ਨਿਰਾਦਰ ਕਰ ਰਹੇ ਨੇ, ਮਾਰਨ ਨੂੰ ਤਿਆਰ ਹਨ, ਇਹਨਾਂ ਨੂੰ ਦੰਡ ਦੇਣਾ ਚਾਹੀਦਾ, ਯੋਗ ਨੇ ਦੰਡ ਦੇ। हिम निश्चय कर मुन बर विस्तार, ਬਰ ਸ੍ਰੇਸ਼ਟ ਮੁਨੀ ਸਮੁੰਦ ਲਿਖੀ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਜਾਮੇ ਚ ਸਨ, ਉਸ ਵੇਲੇ ਸਤ ਸੰਗਤ ਜੀ ਜੁਗਤੀ ਸੋਚੀ। निज दर्शन अत कियो प्रचंड, ਆਪਣਾ ਚਿਹਰਾ ਬੜਾ ਭਿਆਨਕ ਬਣਾ ਲਿਆ ਸਮੁੰਦ ਲਿਖੀ ਨੇ।